ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਆਗੂ ਅਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਖਿਲਾਫ ਜਾਂਚ ਅਹਿਮ ਪੜਾਅ ਉੱਤੇ ਪਹੁੰਚ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਨਿਰਦੇਸ਼ਾਂ ਉੱਤੇ ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮੇ ਨੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦਾ ਮਕਸਦ ਹੀਰਾ ਸਿੰਘ ਗਾਬੜੀਆ ਵੱਲੋਂ ਅਖਤਿਆਰੀ ਖਾਤੇ ਵਿੱਚੋਂ ਪੈਸੇ ਦੀ ਦੁਰਵਰਤੋਂ ਦਾ ਪਤਾ ਲਗਾਉਣਾ ਸੀ। ਜਾਂਚ ਵਿੱਚ ਮਿਸਾਲਾਂ ਸਹਿਤ ਅਖਤਿਆਰੀ ਖਾਤੇ ਦੇ ਪੈਸਿਆਂ ਦੀ ਦੁਰਵਰਤੋਂ ਦੀ ਤਸਦੀਕ ਕੀਤੀ ਗਈ ਹੈ। ਇਸ ਜਾਂਚ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਹੀਰਾ ਸਿੰਘ ਗਾਬੜੀਆ ਲਈ ਕੀ ਮਾਇਨੇ ਨੇ? ਹੀਰਾ ਸਿੰਘ ਗਾਬੜੀਆ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਨੇ। ਮੋਰਚਿਆਂ ਦੇ ਵੇਲਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸਰਗਰਮ ਰਹੇ ਹੀਰਾ ਸਿੰਘ ਗਾਬੜੀਆ ਬਦਲਦੇ ਮਾਹੌਲ ਵਿੱਚ ਹੌਲੀ-ਹੌਲੀ ਪਿੱਛੇ ਨੂੰ ਖਿਸਕ ਰਹੇ ਨੇ। ਉਹ ਬੀਤੀਆਂ ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਤੋਂ ਵੱਡੇ ਫਰਕ ਨਾਲ ਹਾਰ ਗਏ ਸਨ। ਸਿਮਰਜੀਤ ਸਿੰਘ ਬੈਂਸ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਸਿਆਸੀ ਹਲਕਿਆਂ ਵਿੱਚ ਮੰਨਿਆ ਜਾਂਦਾ ਹੈ ਕਿ ਗਾਬੜੀਆ ਦੀ ਹਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਮਰਜੀਤ ਸਿੰਘ ਬੈਂਸ ਨੂੰ ਗੁੱਝੀ ਹਮਾਇਤ ਸ਼ਾਮਲ ਸੀ। ਇਸ ਹਾਰ ਜਿੱਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਦਲਦੇ ਖਾਸੇ ਜਾਂ ਆਗੂ ਸਫਾਂ ਵਿੱਚ ਬਦਲਦੀ ਪੀੜ੍ਹੀ ਦੀ ਨੁਮਾਇੰਦਗੀ ਵਜੋਂ ਵੀ ਪੇਸ਼ ਕੀਤਾ ਜਾਂਦਾ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀਰਾ ਸਿੰਘ ਗਾਬੜੀਆ ਨੂੰ ਲੁਧਿਆਣਾ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਹੀਰਾ ਸਿੰਘ ਗਾਬੜੀਆ ਖਿਲਾਫ ਸਮਾਜਿਕ ਕਾਰਕੁਨ ਕੁਲਦੀਪ ਖਹਿਰਾ ਨੇ ਅਖਤਿਆਰੀ ਪੈਸੇ ਦੀ ਦੁਰਵਰਤੋਂ ਕਰਨ ਦੀ ਸ਼ਿਕਾਇਤ ਨਵੰਬਰ 2012 ਵਿੱਚ ਕੀਤੀ ਸੀ। ਇਸ ਸ਼ਿਕਾਇਤ ਦੀ ਜਾਂਚ ਦਾ ਕੰਮ ਵਿਜੀਲੈਂਸ ਬਿਊਰੋ ਨੇ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਹਵਾਲੇ ਕੀਤਾ ਸੀ। 3 ਜਣਿਆਂ ਦੀ ਜਾਂਚ ਕਮੇਟੀ ਨੇ ਕਈ ਖੁਲਾਸੇ ਕੀਤੇ ਨੇ। ਇਹਨਾਂ ਖੁਲਾਸਿਆਂ ਨਾਲ ਹੀਰਾ ਸਿੰਘ ਗਾਬੜੀਆ ਮੁਲਜ਼ਮ ਬਣ ਗਏ ਨੇ। ਜਾਂਚ ਕਮੇਟੀ ਨੇ ਖੁਲਾਸਾ ਕੀਤਾ ਹੈ ਕਿ ਅਖਤਿਆਰੀ ਪੈਸੇ ਵਿੱਚੋਂ ਕਈ ਅਜਿਹੀਆਂ ਸੰਸਥਾਵਾਂ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੀ ਕਾਗਜ਼ ਤੋਂ ਬਾਹਰ ਕੋਈ ਹੋਂਦ ਨਹੀਂ ਹੈ। ਗ੍ਰਾਂਟ ਹਾਸਲ ਕਰਨ ਵਾਲੀ ਇੱਕ ਸੰਸਥਾ ਹੀਰਾ ਸਿੰਘ ਗਾਬੜੀਆ ਦੇ ਪੀਏ ਮੋਹਨ ਸਿੰਘ ਗੋਗੀ ਦੇ ਨਾਮ ਉੱਤੇ ਹੈ ਅਤੇ ਦੂਜੀ ਗੋਗੀ ਦੀ ਘਰਵਾਲੀ ਕੁਲਵਿੰਦਰ ਕੌਰ ਦੇ ਨਾਮ ਉੱਤੇ ਬਣੀ ਹੋਈ ਹੈ। ਮੰਤਰੀ ਵਜੋਂ 2007 ਤੋਂ 2012 ਦੌਰਾਨ ਹੀਰਾ ਸਿੰਘ ਗਾਬੜੀਆ ਨੇ 7 ਕਰੋੜ ਰੁਪਏ ਅਖਤਿਆਰੀ ਖਾਤੇ ਵਿੱਚੋਂ ਵੰਡੇ, ਜਿਨ੍ਹਾਂ ਵਿੱਚੋਂ ਤਕਰੀਬਨ 5 ਕਰੋੜ ਲੁਧਿਆਣਾ ਵਿੱਚ ਵੰਡੇ ਗਏ। ਚੋਣ ਹਾਰਨ ਦੇ ਬਾਵਜੂਦ ਹੀਰਾ ਸਿੰਘ ਗਾਬੜੀਆ ਦਾ ਚੋਖਾ ਸਿਆਸੀ ਅਸਰ ਰਸੂਖ ਹੈ। ਇਸੇ ਅਸਰ ਰਸੂਖ ਦੇ ਨਤੀਜੇ ਵਜੋਂ ਵਿਜੀਲੈਂਸ ਬਿਊਰੋ ਵੱਲੋਂ ਵਾਰ-ਵਾਰ ਪੁੱਛੇ ਜਾਣ ਉੱਤੇ 20 ਸਤੰਬਰ ਨੂੰ ਰਿਪੋਰਟ ਪੇਸ਼ ਕੀਤੀ ਗਈ। ਹੁਣ ਸਵਾਲ ਇਹ ਹੈ ਕਿ ਵਿਜੀਲੈਂਸ ਬਿਊਰੋ ਅੱਗੇ ਕੀ ਕਾਰਵਾਈ ਕਰਦੀ ਹੈ। ਇਸੇ ਤਰ੍ਹਾਂ ਦੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਉੱਤੇ ਵੀ ਲੱਗੇ ਸਨ। ਗੁਲਜ਼ਾਰ ਸਿੰਘ ਰਣੀਕੇ ਖਿਲਾਫ ਇਸੇ ਤਰ੍ਹਾਂ ਦੇ ਇਲਜ਼ਾਮ ਇਸ ਨਾਲ ਮਿਲਦੇ ਜੁਲਦੇ ਲੱਗੇ ਸਨ। ਸਿਕੰਦਰ ਸਿੰਘ ਮਲੂਕਾ ਦਾ ਨਾਮ ਵੀ ਅਜਿਹੇ ਮਾਮਲਿਆਂ ਵਿੱਚ ਬੋਲਦਾ ਰਿਹਾ ਹੈ। ਅਹੁਦੇ ਦੀ ਦੁਰਵਰਤੋਂ ਕਾਰਨ ਦੋਸ਼ੀ ਕਰਾਰ ਦਿੱਤੇ ਗਏ ਤੋਤਾ ਸਿੰਘ ਤੋਂ ਮੰਤਰੀ ਦਾ ਅਹੁਦਾ ਖੁੱਸ ਚੁੱਕਿਆ ਹੈ। ਇਸ ਰੁਝਾਨ ਦੇ ਕੀ ਮਾਇਨੇ ਨੇ ਪੰਜਾਬ ਦੀ ਸਿਆਸਤ ਲਈ, ਸ਼੍ਰੋਮਣੀ ਅਕਾਲੀ ਦਲ ਲਈ ਅਤੇ ਅਕਾਲੀਆਂ ਦੀ ਪੁਰਾਣੀ ਪੀੜ੍ਹੀ ਲਈ? ਇਹਨਾਂ ਮਸਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਅਜੇ ਜੱਗਾ, ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਨੇ, ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਜੋ ਇਤਿਹਾਸਕਾਰ ਨੇ, ਸਤਿੰਦਰ ਬੈਂਸ, ਜੋ ਸੀਨੀਅਰ ਪੱਤਰਕਾਰ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਅਜੇ ਜੱਗਾ ਜੀ, ਹੁਣ ਜਦੋਂ ਇਹ ਰਿਪੋਰਟ ਆ ਗਈ ਹੈ ਵਿਜੀਲੈਂਸ ਬਿਊਰੋ ਕੋਲ ਹੈ, ਅਗਲੀ ਕਾਰਵਾਈ ਕਿਸ ਤਰੀਕੇ ਨਾਲ ਕਿਸ ਮਹਿਕਮੇ ਵੱਲੋਂ ਕੀਤੀ ਜਾਣੀ ਹੈ? ਦੇਖੋ, ਇਹ ਬੇਸਿਕ ਪ੍ਰੀਲਿਮਿਨਰੀ ਰਿਪੋਰਟ ਆ ਗਈ ਹੈ। ਉਹਨਾਂ ਨੇ ਆਪਣੇ ਵੱਲੋਂ ਜੋ ਵੀ ਫੈਕਟ ਫਾਈਂਡ ਕੀਤੇ ਉਹਦੇ ਮੁਤਾਬਕ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਹੈ ਵਿਜੀਲੈਂਸ ਬਿਊਰੋ ਨੂੰ ਦੇ ਦਿੱਤੀ। ਵਿਜੀਲੈਂਸ ਬਿਊਰੋ ਇਹਦੇ ਉੱਤੇ ਹੁਣ ਆਪਣੀ ਜਿਹੜੀ ਐਗਜ਼ਾਮੀਨੇਸ਼ਨ ਹੈ ਉਹ ਕਰੇਗੀ। ਉਸ ਤੋਂ ਬਾਅਦ ਅਗਲਾ ਕਦਮ ਲਿੱਤਾ ਜਾਏਗਾ। ਇਸ ਵੇਲੇ ਹਲੇ ਤੱਕ ਜਿਵੇਂ ਕਿ ਕਿਹਾ ਜਾ ਰਿਹਾ ਸੀਗਾ ਕਿ ਉਹ ਮੁਲਜ਼ਮ ਵੱਲ ਹਲੇ ਐਸੀ ਕੋਈ ਗੱਲਬਾਤ ਜਿਹੜੀ ਹੈ ਕਾਨੂੰਨੀ ਤੌਰ ਤੇ ਨਹੀਂ ਉਭਰੀ। ਉਸ ਦਸ਼ਾ ਵਿੱਚ ਜ਼ਰੂਰ ਚੱਲ ਜਾ ਰਹੀ ਹੈ, ਲੇਕਿਨ ਕਿਤੇ ਉਹ ਅਕਿਊਜ਼ਡ ਨਹੀਂ ਬਣੇ ਹਲੇ। ਨੋ ਜੀ। ਸੋ ਜਦ ਤੱਕ ਇਹ ਉੱਥੋਂ ਦੀ ਵਿਜੀਲੈਂਸ ਬਿਊਰੋ ਕੋਲ ਜਾਂਦੀ ਹੈ, ਵਿਜੀਲੈਂਸ ਬਿਊਰੋ ਕੋਲ ਆਪਣੇ ਇਖਤਿਆਰ ਨੇ, ਉਹ ਰਿਪੋਰਟ ਨੂੰ ਸਟੱਡੀ ਕਰਦੇ ਨੇ, ਐਗਜ਼ਾਮਿਨ ਕਰਦੇ ਨੇ, ਕੋਈ ਚੀਜ਼ ਦੁਬਾਰਾ ਪੁੱਛਣੀ ਹੈ, ਗਿੱਛਣੀ ਹੈ, ਨਹੀਂ ਪੁੱਛਣੀ ਹੈ, ਜਾਂ ਉਹਨਾਂ ਨੂੰ ਲੱਗਦਾ ਠੀਕ ਹੈ, ਜਾਂ ਉਹ ਪੰਜਾਬ ਸਰਕਾਰ ਨਾਲ ਗੱਲ ਕਰਦੇ ਨੇ। ਜਦ ਕਹਾਣੀ FIR ਵੱਲ ਜਾਏਗੀ ਤਾਂ ਕਿਸੇ ਪਾਸੇ ਕੋਈ ਕਾਨੂੰਨੀ ਮਸਲਾ ਜਿਹੜਾ ਹੈ ਇਹਦੇ ਵਿੱਚ ਉਜਾਗਰ ਹੋਣ ਦੀ ਸੰਭਾਵਨਾ। ਫਿਰ ਜਾਂਚ ਰਾਹੀਂ ਇਹ ਇੰਡਾਈਟ ਕਰਨ ਦਾ ਮਾਇਨਾ ਕੀ ਹੋਇਆ? ਮਤਲਬ ਜੋ ਬੇਕਸੂਰ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਗਾ, ਉਹ ਤੇ ਤਾਂ ਕੁਛ ਨਾ ਕੁਛ ਤੇ ਅੱਗੇ ਗਿਆ ਨਾ ਗੱਲ। ਹਾਂ, ਮੈਂ ਤੁਹਾਨੂੰ ਗੱਲ ਕਹਿ ਰਿਹਾ ਕਿ ਇਹਦੇ ਵਿੱਚ ਇਹ ਉਸ ਡਾਇਰੈਕਸ਼ਨ ਦੇ ਵਿੱਚ ਗੱਲ ਤੁਰ ਪਈ ਹੈ। ਹੁਣ ਜਿਹੜੀ ਬੇਸਿਕ ਇੱਕ ਪ੍ਰੀਲਿਮਿਨਰੀ ਇਨਕੁਆਇਰੀ ਦੀ ਗੱਲ ਕਰਦੇ ਸੀਗੇ, ਉਹ ਗੱਲ ਕਰਕੇ ਉਹਨਾਂ ਨੇ ਵਿਜੀਲੈਂਸ ਬਿਊਰੋ ਦੇਤੀ ਵੀ ਸਾਡੀ ਜਾਂਚ ਦੇ ਮੁਤਲਕ ਇਸ ਬੰਦੇ ਦੇ ਖਿਲਾਫ ਇਹ ਇਲਜ਼ਾਮਾਤ ਬਣਦੇ ਨੇ ਜੀ। ਇੱਕ ਪ੍ਰੀਲਿਮਿਨਰੀ ਜਿਹੜੀ ਹੈਗੀ ਉਹਨਾਂ ਨੇ ਭੇਜ ਦਿੱਤੀ। ਅਗਾਂਹ ਵਾਲੀ ਕਾਰਵਾਈ ਜਿਹੜੀ ਹੈ ਉਹ ਵਿਜੀਲੈਂਸ ਬਿਊਰੋ ਨੇ ਕਰਨੀ ਹੈ, ਜਿਹਦੇ ਉੱਤੇ ਇਸ ਕਮੇਟੀ ਦਾ ਕੋਈ ਇਖਤਿਆਰ ਨਹੀਂ, ਕੋਈ ਜ਼ੋਰ ਜ਼ਬਰਦਸਤੀ ਕੋਈ ਨਹੀਂ। ਉਹ ਅਗਾਂਹ ਕੀ ਇਹਦੇ ਉੱਤੇ ਕਾਰਵਾਈ ਕਰਦੇ ਨੇ ਉਹਦੇ ਮੁਤਾਬਿਕ ਅਗਲੀ ਜਿਹੜੀ ਕਹਾਣੀ ਹੈ ਜਾਂ ਕਾਨੂੰਨੀ ਲੜਾਈ ਹੈ ਉਹ ਉਸ ਤੋਂ ਬਾਅਦ ਸ਼ੁਰੂ ਹੋਏਗੀ। ਜਦ ਤੱਕ ਉਹ ਨਹੀਂ ਹੁੰਦੀ
ਤਾਂ ਇਹ ਕਿਸੇ ਪਾਸੇ ਤੁਰਨ ਯੋਗ ਨਹੀਂ ਹੈ। ਲੇਕਿਨ ਉਸ ਦਿਸ਼ਾ ਦੇ ਵਿੱਚ ਇਹ ਕੰਮ ਤੁਰ ਪਿਆ, ਹੁਣ ਅੱਗੇ ਚੱਲੇਗਾ, ਲੜੀਵਾਰ ਤਾਂ ਚੱਲੂਗੀ ਤਾਂ ਕਿਸੇ ਪਾਸੇ ਜਾਏਗਾ, ਨਹੀਂ ਤਾਂ ਇਹ ਹਲੇ ਮਤਲਬ ਜੇ ਵਿਜੀਲੈਂਸ ਬਿਊਰੋ ਇਹਨੂੰ ਜਿਉਂ ਦੀ ਤਿਉਂ ਪ੍ਰਵਾਨ ਕਰਦਾ ਹੈ ਤੇ ਉਹ ਪੁਲਿਸ ਰਿਪੋਰਟ ਦੇ ਰੂਪ ਦੇ ਵਿੱਚ ਅੱਗੇ ਆਏਗੀ। ਹਾਂ, ਜੇ ਉਹ ਰਿਕਮੈਂਡ ਕਰਦੀ ਹੈ ਸਰਕਾਰ ਵੀ, ਜੀ, ਜੇ ਉਹ ਸਰਕਾਰ ਨਾਲ ਔਰ ਇਸ ਚੀਜ਼ ਨੂੰ ਮਤਲਬ ਵਿਜੀਲੈਂਸ ਬਿਊਰੋ ਦੇ ਨਾਲ ਸਰਕਾਰ ਦੀ ਵੀ ਅਹਿਮੀਅਤ ਇਸ ਗੱਲ ਦੇ ਵਿੱਚ ਹੈਗੀ ਹੈ, ਤਕਨੀਕੀ ਪੱਖੋਂ ਵੀ ਅਹਿਮੀਅਤ ਹੈ। ਤਕਨੀਕੀ ਪੱਖੋਂ ਨਹੀਂ ਹੈ, ਲੇਕਿਨ ਇਹ ਸਿਆਸੀ ਪੱਖੋਂ ਤੇ ਵੱਖਰੀ ਗੱਲ ਹੈ, ਪ੍ਰੈਕਟੀਕਲ ਗੱਲ ਹੈਗੀ ਹੈ। ਵਿਦਆਊਟ ਗਵਰਨਮੈਂਟ ਕਿੱਦਾਂ ਕਰ ਸਕਦੇ ਆ? ਜੀ। ਇੱਕ ਵਾਰੀ ਉਹ ਜੇ ਫੈਸਲਾ ਲੈਂਦੇ ਆ ਵੀ ਅਸੀਂ FIR ਪਰਚਾ ਦਰਜ ਕਰਨਾ ਜੀ। ਹੈ, ਪਰਚਾ ਦਰਜ ਕਰਨ ਮਗਰੋਂ ਵੇਖਿਆ ਜਾਏਗਾ ਵੀ ਕੀ ਇਹ ਜਿਹੜੇ ਮੰਤਰੀ ਨੇ, ਸਾਬਕਾ ਮੰਤਰੀ, ਇਹਨਾਂ ਕੋਲ ਕੀ ਰਾਹ ਨੇ, ਕੀ ਰਸਤੇ ਨੇ, ਉਹ ਗੱਲਾਂ ਉਸ ਤੋਂ ਬਾਅਦ ਦੀਆਂ ਪੈਦਾ ਹੁੰਦੀਆਂ ਨੇ। ਹਾਲ ਦੀ ਘੜੀ ਆਪਾਂ ਜਿਹਨੂੰ ਕਹਿੰਦੇ ਆ ਵੀ ਇੱਕ ਪੌੜੀ ਚੜ੍ਹ ਪਏ, ਅਗਾਂਹ ਪੌੜੀ ਚੜਨਗੇ ਤਾਂ ਕਿਸੇ ਅਪੜਾਂਗੇ, ਤੇ ਜੇ ਅਗਾਂਹ ਇੱਥੇ ਕੰਮ ਖਾਸੀ ਦੇਰ ਲਮਕਿਆ ਰਿਹਾ, ਆਪਣੇ ਨਾ ਆਪਣੇ, ਇਹਦੇ ਬਾਰੇ ਪਰ ਗਾਬੜੀਆ ਸਾਹਿਬ ਤਾਂ ਇਹ ਕਹਿਣਗੇ ਨਾ ਕਿ ਇੱਕ ਪੌੜੀ ਉਤਰ ਗਏ ਆ, ਸ਼ਾਇਦ ਵਾਪਸ ਚੜੀ ਜਾਵੇ ਜਾਂ ਨਾ ਚੜੀ ਜਾਵੇ। ਬਿਲਕੁਲ ਬਿਲਕੁਲ ਬਿਲਕੁਲ। ਬੈਂਸ ਸਾਹਿਬ, ਜਦੋਂ ਵੀ ਇਸ ਕਿਸਮ ਦਾ ਮਾਮਲਾ ਆਉਂਦਾ ਉਹਦੇ ਵਿੱਚ ਸਿਆਸਤ ਦੀ ਗੱਲ ਜਿਹੜੀ ਹੋਣੀ ਹੀ ਹੁੰਦੀ ਆ, ਤੁਹਾਨੂੰ ਕੀ ਲੱਗਦਾ ਕਿ ਵੀ ਅਕਾਲੀ ਦਲ ਦੇ ਅੰਦਰ ਦੀ ਸਿਆਸਤ ਜਾਂ ਕੋਈ ਹੋਰ ਸਿਆਸਤ ਇਹਦੇ ਤੇ ਅਸਰਅੰਦਾਜ਼ ਹੋਈ ਹੈ? ਹਾਂ, ਇਹ 'ਚ ਬਿਲਕੁਲ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਹੈ, ਉਹੀ ਹੈ। ਤੇ ਜਿਵੇਂ ਤੁਹਾਡੇ ਪਹਿਲਾਂ ਵੀ ਦੱਸਿਆ ਸੀਗਾ ਪ੍ਰੋਗਰਾਮ ਦੇ ਵਿੱਚ ਕਿ ਲੁਧਿਆਣੇ ਦੇ ਵਿੱਚ ਆਤਮਨਗਰ ਕੌਂਸਟੀਟਿਊਂਸੀ ਦੇ ਬੈਂਸ, ਬਲਵਿੰਦਰ ਸਿੰਘ ਬੈਂਸ ਮੇਰੇ ਖਿਆਲ ਉਹਨਾਂ ਤੋਂ ਹਾਰੇ ਆ। ਹਾਂਜੀ। ਤੇ ਉੱਥੇ ਵੀ ਤੁਸੀਂ ਦੇਖਿਆ ਹੋਣਾ, ਜਦੋਂ ਇਹ ਸਾਰਾ ਟਿਕਟ ਦਿੱਤੀ ਆ ਉਹਨਾਂ ਨੂੰ, ਉਹ ਸਾਰਾ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪੋਲਿਟਿਕਸ ਸੀਗੀ, ਉੱਥੇ ਗਾਬੜੀ ਨੂੰ ਜਿਹੜਾ ਸਾਈਡਲਾਈਨ ਕੀਤਾ ਗਿਆ, ਉਹ ਸੁਖਬੀਰ ਬਾਦਲ ਦੀ ਕਿਤੇ ਨਾ ਕਿਤੇ ਨਾਰਾਜ਼ਗੀ ਉਹਨਾਂ ਨੇ ਲੈ ਲਈ। ਤਾਂ ਉਹੀ ਨਾਰਾਜ਼ਗੀ ਮੈਨੂੰ ਲੱਗਦਾ ਜਿਹੜੀ ਹੁਣ ਰਿਪੋਰਟ ਵੀ ਮੰਗੀ ਹੈ, ਅੰਦਰੂਨੀ ਸਿਆਸਤ ਕਰਕੇ ਹੀ ਇਹ ਰਿਪੋਰਟ ਮੰਗੀ ਗਈ ਹੈ। ਵਿਜੀਲੈਂਸ ਬਿਊਰੋ ਨੇ 3 ਵਾਰ ਰਿਪੋਰਟ ਮੰਗੀ, ਅਦਰਵਾਈਜ਼ ਹਜ਼ਾਰਾਂ ਇਦਾਂ ਦੀਆਂ ਕੰਪਲੇਂਟਾਂ, ਰਿਪੋਰਟਾਂ ਵਿਜੀਲੈਂਸ ਡਿਪਾਰਟਮੈਂਟ ਕੋਲ ਪਈਆਂ, ਜਿਨ੍ਹਾਂ ਬਾਰੇ ਕਦੇ ਨਾ ਤਾਂ ਕੋਈ ਪੁੱਛਿਆ ਗਿਆ, ਨਾ ਕਦੇ ਕੋਈ ਇਨਕੁਆਇਰੀ ਹੋਈ ਹੈ। ਤੇ ਤੁਸੀਂ ਉੱਦਾਂ ਵੀ ਦੇਖੋ ਨਾ, ਕਿੰਨੇ ਮੰਤਰੀ ਜਿਹੜੇ ਪਹਿਲਾਂ ਦੇ ਇਲਜ਼ਾਮ ਵੀ ਲੱਗੇ, ਚਾਰਜਸ ਵੀ ਲੱਗੇ ਆ, ਉਹਨਾਂ ਦੇ ਉੱਤੇ ਵੀ ਕਮਿਸ਼ਨ ਬਿਠਾ ਕੇ ਸਾਰੇ ਰਫਾ ਦਫਾ ਕਰਤੇ ਗਏ ਆ। ਸੋ ਉਹ ਮੈਨੂੰ ਲੱਗਦਾ ਜਿਹੜੀ ਇੱਕ ਵਿਜੀਲੈਂਸ ਬਿਊਰੋ ਤੇ ਬਾਰ-ਬਾਰ ਰਿਪੋਰਟ ਮੰਗਣਾ ਡਿਪਾਰਟਮੈਂਟ ਤੋਂ, ਉਹ ਕਿਤੇ ਨਾ ਕਿਤੇ ਸਿਆਸੀ ਦਿਲਚਸਪੀ ਹੈਗੀ ਆ, ਦਿਲਚਸਪੀ ਉਹਦੇ 'ਚ ਹੈਗੀ ਹੈ। ਜੀ, ਢਿੱਲੋਂ ਸਾਹਿਬ, ਇੱਕ ਤਾਂ ਗੱਲ ਇਹ ਹੈ ਕਿ ਜਦੋਂ ਇਸ ਕਿਸਮ ਦੇ ਬੰਦੇ ਦਾ ਨਾਂ ਆਉਂਦਾ ਹੈ ਇਸ ਕਿਸਮ ਦੇ ਮਾਮਲੇ ਦੇ ਵਿੱਚ, ਤੇ ਖਾਸਾ ਪੜਾ ਉਹਨੂੰ ਪਾਰ ਕਰਕੇ ਹੀ ਆਉਂਦਾ, ਤੇ ਇਹ ਗੱਲ ਜ਼ਿਆਦਾ ਮਾਇਨੇ ਨਹੀਂ ਰੱਖਦੀ ਕਿ ਉਹਨਾਂ ਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ, ਉਹ ਤਾਂ ਤਕਨੀਕੀ ਪੱਖ ਹੈ। ਪਰ ਜੇ ਆਪਾਂ ਰੁਝਾਨ ਦੇ ਪੱਖ ਤੇ ਦੇਖਣਾ ਹੋਵੇ ਕਿ ਇਸੇ ਕਿਸਮ ਦੇ ਜਿਹੜੇ ਇਲਜ਼ਾਮ ਨੇ, ਜਿੱਦਾਂ ਦੇ ਇਹਨਾਂ ਤੇ ਲੱਗੇ ਨੇ, ਸੁੱਚਾ ਸਿੰਘ ਲੰਗਾਹ ਦੇ ਉੱਤੇ ਲੱਗੇ, ਗੁਲਜ਼ਾਰ ਸਿੰਘ ਰਣੀਕੇ ਦੇ ਉੱਤੇ ਲੱਗੇ, ਤੇ ਤੋਤਾ ਸਿੰਘ ਹੋਣਾ ਨੂੰ ਅਹੁਦੇ ਦੀ ਦੁਰਵਰਤੋਂ ਦੇ ਇਲਜ਼ਾਮ ਲੱਗੇ, ਇਹ ਅਕਾਲੀਆਂ ਦੇ ਬਦਲਦੇ ਖਾਸੇ ਦਾ ਮਸਲਾ ਹੈ? ਨਹੀਂ, ਦੇਖੋ ਇਹਦੇ 'ਚ ਨਾ ਅਕਾਲੀ, ਸਾਰਾ ਹਿੰਦੁਸਤਾਨ ਕਰਪਟ ਆ ਫਰੋਮ ਟੌਪ ਟੂ ਬਾਟਮ। ਜੀ, ਹਿੰਦੁਸਤਾਨ ਦੀ ਪੋਲਿਟੀ ਦਾ ਬੇਸਿਸ ਹੈ ਅਰਥ ਸ਼ਾਸਤਰ ਕੁਟਲਿਆ ਦਾ, ਜੀ, ਜਿਹਦੇ ਵਿੱਚ ਜਿਹੜੀ ਕਰਪਸ਼ਨ ਆ ਦੈਟ ਇਜ਼ ਐਨ ਐਕਸੈਪਟਡ ਨੋਰਮ। ਜੀ, ਔਰ ਉਸ ਨੂੰ ਪ੍ਰੋਕਲੇਮ ਕਰਦੇ ਆ ਬੀਜੇਪੀ ਵਾਲੇ, ਸਾਡੀ ਪੋਲਿਟੀ ਦਾ ਆਧਾਰ ਆ ਜਿਹੜਾ ਅਰਥ ਸ਼ਾਸਤਰ ਆ। ਔਰ ਅਰਥ ਸ਼ਾਸਤਰ ਇਹ ਗੱਲ ਐਕਸੈਪਟ ਕਰਦਾ ਕਿ ਕਿਸੇ ਵੀ ਸਿਸਟਮ ਦੇ ਵਿੱਚ ਜਿਹੜਾ ਇੰਡੀਆ ਦੇ ਵਿੱਚ ਚੱਲਣਾ, ਕਰਪਸ਼ਨ ਮਸਟ ਬੀ ਐਕਸੈਪਟਡ। ਮਤਲਬ ਜਦੋਂ ਰਾਜੇ ਆਪਸ ਦੇ ਵਿੱਚ ਲੜਨਗੇ ਉਦੋਂ ਤੇ ਬਾਹਰ ਆਏਗੀ ਗੱਲ, ਪਰ ਅਦਰਵਾਈਜ਼ ਚੱਲੇਗੀ। ਚੀਟਿੰਗ ਕਰਨੀ ਹੈ, ਕਿਸ ਤਰ੍ਹਾਂ ਦੂਸਰੇ ਦੇ ਐਨੀਮੀ ਦੇ ਬੰਦਿਆਂ ਨੂੰ ਖਰੀਦਣਾ, ਉਹਨਾਂ ਨੂੰ ਕਰਪਟ ਕਰਨਾ, ਉਹਨਾਂ ਨੂੰ ਡਿਸਓਨੈਸਟ ਕਰਨਾ। ਪੰਜਾਬ ਦੀ ਜਿੱਥੋਂ ਤੱਕ ਗੱਲ ਆ, ਪਰਸੋਂ ਟਾਈਮਸ ਚੈਨਲ ਦੇ ਉੱਤੇ ਹਰਸਿਮਰਤ ਕੌਰ ਸੀਗੀ, ਔਰ ਉਸ ਦੇ ਉੱਤੇ ਕਿਰਨ ਬੇਦੀ ਨੇ ਖੁੱਲ੍ਹਵੇਂ ਤੌਰ ਦੇ ਉੱਤੇ ਇਹ ਕਿਹਾ ਸੀ ਵੀ ਤੁਹਾਨੂੰ ਅਟੈਚੀ ਕੇਸ ਆਉਂਦੇ ਆ ਤਾਂ ਪੋਲੀਟਿਕਸ ਤੋਂ ਤੁਸੀਂ ਅੱਗੇ ਤਾਂ ਚੱਲਦੇ ਹੋ। ਕੋਈ ਆਮ ਔਰਤ ਬਠਿੰਡੇ ਦੀ ਪੜ੍ਹੀ ਲਿਖੀ ਵੀ ਹੋਵੇ, ਸੁਚੱਜੀ ਵੀ ਹੋਵੇ, ਸਾਰੀ ਗੱਲ ਦੀ ਅਵੇਅਰਨੈਸ ਵੀ ਉਸ ਨੂੰ ਹੋਵੇ ਕਿ ਉਹ ਪੋਲੀਟਿਕਸ ਦੇ ਵਿੱਚ ਮੈਂਬਰ ਪਾਰਲੀਮੈਂਟ ਵਾਰੀ ਆ ਸਕਦੀ ਹੈ। ਜੀ, ਸਾਰਾ ਜਿਹੜਾ ਸਾਡੀ ਪੋਲਿਟੀ ਉਹ ਕਰਪਟ ਹੋ ਚੁੱਕੀ ਹੈ। ਜੀ, ਵੋਟਾਂ ਖਰੀਦੀਆਂ ਜਾਂਦੀਆਂ, ਸ਼ਰਾਬਾਂ ਵੰਡੀਆਂ ਜਾਂਦੀਆਂ, ਅਫੀਮਾਂ ਵੰਡੀਆਂ ਜਾਂਦੀਆਂ, ਪੈਸੇ ਦਿੱਤੇ ਜਾਂਦੇ ਆ, ਔਰ ਇਹ ਬਾਦਲ ਸਾਹਿਬ ਨੇ ਇਹ ਸਾਰੀ ਚੀਜ਼ ਇੰਟਰੋਡਿਊਸ ਕੀਤੀ ਵੀ ਆ ਤਾਂ ਕਿ ਆਮ ਆਦਮੀ ਜਿਹਦੇ ਕੋਲ ਸਧਾਰਨ ਮਤਲਬ ਰਿਸੋਰਸਿਸ ਹੈਗੇ ਆ, ਸਧਾਰਨ ਉਹਦੇ ਕੋਲ ਪੈਸਾ ਹੈਗਾ, ਉਹ ਪੋਲੀਟਿਕਸ 'ਚ ਐਂਟਰ ਨਹੀਂ ਕਰ ਸਕਦਾ, ਡਰੀਮ ਹੀ ਨਹੀਂ ਕਰ ਸਕਦਾ। ਜੀ, ਇਤਨੀ ਜ਼ਿਆਦਾ ਪੋਲੀਟੀਕਲ ਕਰਪਸ਼ਨ ਪੰਜਾਬ ਦੇ ਵਿੱਚ ਹੈ, ਜਿਹਨੂੰ ਇੰਗਲਿਸ਼ ਦੇ ਜੇ ਇੱਕ ਈਡੀਐਮ ਯੂਜ਼ ਕਰੀਏ ਨੈਕ ਡੀਪ, ਜੀ, ਤਾਂ ਤੁਸੀਂ ਸਿਰਫ ਸਾਹ ਹੀ ਲੈ ਰਹੇ ਹੋ, ਗਰਦਨ ਤੱਕ ਤੁਸੀਂ ਸਾਰਾ ਸਿਸਟਮ ਕਰਪਟ ਹੋ ਚੁੱਕਿਆ ਹੈ। ਜੀ, ਗਾਬੜੀਆਂ ਨੂੰ ਫੜ ਲਓ, ਉਹਨੂੰ ਰਣੀਏ ਨੂੰ ਫੜ ਲਓ, ਕਿਸੇ ਨੂੰ ਫੜ ਲਓ, ਇਹਦੇ ਨਾਲ ਕੀ ਫਰਕ ਪੈਣ ਲੱਗਿਆ? ਇਟ ਵਿਲ ਨਾਟ ਮੇਕ ਐਨੀ ਡਿਫਰੈਂਸ। ਜਿਸ ਤਰ੍ਹਾਂ ਸਤਿੰਦਰ ਬੈਂਸ ਨੇ ਕਿਹਾ, ਹਜ਼ਾਰਾਂ ਹੀ ਇਸ ਕਿਸਮ ਦੇ ਕੇਸ ਹੈ ਵਿਜੀਲੈਂਸ ਦੇ ਕੋਲ, ਸਾਰਾ ਸਿਸਟਮ ਹੀ ਕਰਪਟ ਹੋ ਚੁੱਕਿਆ। ਜਾਂ ਤਾਂ ਤੁਸੀਂ ਜਿਸ ਤਰ੍ਹਾਂ ਇੰਡੋਨੇਸ਼ੀਆ ਜਾਂ ਦੂਸਰੇ ਮੁਲਕਾਂ ਕਈਆਂ 'ਚ, ਜਿਸ ਤਰ੍ਹਾਂ ਈਵਨ ਅਮਰੀਕਾ 'ਚ ਲੌਬਿੰਗ ਇਜ਼ ਐਨ ਐਕਸੈਪਟਡ ਨੋਰਮ।
ਜੀ ਕਿ ਤੁਸੀਂ ਕਿਸੇ ਬੰਦੇ ਨੂੰ ਮਤਲਬ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਦਾ ਜਾਂ ਸੈਨੇਟ ਦਾ ਮੈਂਬਰ ਆ ਉਹਨੂੰ ਤੁਸੀਂ ਖਰੀਦ ਲਓ, ਉਹਨੂੰ ਕਹੋ ਵੀ ਮੈਂ ਇੰਨੇ ਪੈਸੇ ਦੇਣਾ, ਤੂੰ ਲੌਬਿੰਗ ਕਰ ਲਾ। ਲੌਬਿੰਗ ਕਰਕੇ ਮਤਲਬ ਕੀ ਆ, ਜਿਹੜੀਆਂ ਕਾਰਪੋਰੇਸ਼ਨਸ ਹੈਗੀਆਂ ਉਹਨਾਂ ਦੇ ਜਿਹੜੇ ਇੰਟਰਸਟ ਆ ਉਹਨਾਂ ਨੂੰ ਅੱਗੇ ਐਨਹਾਂਸ ਕਰਦੇ ਆ ਉਹ ਪੋਲੀਟੀਕਲ ਸਿਸਟਮ ਦੇ ਵਿੱਚ। ਜਾਂ ਤਾਂ ਤੁਸੀਂ ਇਸ ਕਿਸਮ ਦਾ ਸਿਸਟਮ ਬਣਾ ਲਓ ਜਿਹਨੂੰ ਲੀਗਲਾਈਜ਼ ਕਰ ਲਓ ਕਰਪਸ਼ਨ, ਲੇਕਿਨ ਹਿੰਦੁਸਤਾਨ ਦੇ ਵਿੱਚ ਲੀਗਲਾਈਜ਼ ਨਹੀਂ ਹੁੰਦੀ। ਹੋਏਗਾ ਸਭ ਕੁਝ ਜੀ, ਲੇਕਿਨ ਉਹ ਹੋਏਗਾ ਅੰਡਰ ਦੀ ਟੇਬਲ। ਤਾਂ ਪੰਜਾਬ ਦੇ ਵਿੱਚ ਜਿੰਨੀ ਕਰਪਸ਼ਨ ਆ, ਮੇਰਾ ਨਹੀਂ ਖਿਆਲ ਕਿਸੇ ਹੋਰ ਸੂਬੇ ਦੇ ਵਿੱਚ, ਕਿਉਂਕਿ ਕਰਪਸ਼ਨ ਉੱਪਰੋਂ ਚੱਲੀ ਹੈ ਜੀ। ਬਾਦਲ ਸਾਹਿਬ ਤੋਂ ਚੱਲੀ ਆ, ਬਾਦਲ ਸਾਹਿਬ ਦੇ ਪਰਿਵਾਰ ਤੋਂ ਚੱਲੀ ਆ, ਔਰ ਬਾਦਲ ਸਾਹਿਬ ਨੇ ਇੰਨੀ ਜ਼ਿਆਦਾ ਵੈਲਥ ਇਨੋਰਮਸ ਕ੍ਰੀਏਟ ਕਰ ਲਈ ਆ ਜਿਸ ਦੇ ਮੁਕਾਬਲੇ 'ਚ ਮੇਰਾ ਤਾਂ ਖਿਆਲ ਹੈ ਕੋਈ ਸਿੱਖਾਂ 'ਚ ਉਹਨਾਂ ਦੇ ਮੁਕਾਬਲੇ ਦਾ ਅਮੀਰ ਬੰਦਾ ਹੀ ਨਹੀਂ ਹੈ ਜੀ। ਪਰ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਪਰ ਪ੍ਰੋਬਲਮ ਇਹ ਆ ਜੀ ਕਿ ਇਸ ਵੇਲੇ ਕਿਸੇ ਆਦਮੀ ਦੇ ਵਿੱਚ ਇਸ ਕਿਸਮ ਦੀ ਜੁਰਤ ਨਹੀਂ ਕਿ ਉਹ ਇਹ ਗੱਲ ਓਪਨਲੀ ਕਹਿ ਸਕੇ। ਨਾ ਤਾਂ ਕਾਂਗਰਸ ਕਹਿ ਸਕਦੀ ਹੈ, ਕਾਂਗਰਸ ਦੇ ਲੀਡਰ ਵੀ ਕਰਪਟ ਆ। ਹੁਣ ਲੜਾਈ ਹੋ ਰਹੀ ਹੈ ਨਾ NK ਸ਼ਰਮਾ ਦੀ, ਤੇ ਦੂਸਰੇ ਪਾਸੇ ਸੁਖਪਾਲ ਖਹਿਰਾ ਤੇ ਉਹਦੇ ਨਾਲ ਜਿਹੜੇ ਬਾਜਵਾ ਬ੍ਰਦਰਸ ਹੈਗੇ ਆ, ਸਾਰੇ ਇਨਵੋਲਵਡ ਆ ਜੀ। ਕਿਸ ਨੂੰ ਤੁਸੀਂ ਕਹੋਗੇ ਕਿਹੜਾ ਸਾਫ ਸੁਥਰਾ ਆਦਮੀ ਹੈ? ਕਿਹੜੀ ਪਾਰਟੀ ਸਾਫ ਸੁਥਰੀ ਹੈ? ਅਕਾਲੀ ਮੋਸਟ ਕਰਪਟ, ਮੋਸਟ ਡਿਸਓਨੈਸਟ ਔਰ ਮੋਸਟ ਇਨਐਫੀਸ਼ੀਐਂਟ ਵੀ ਹੈਗੇ ਜੀ। ਤੋ ਇਸੇ ਤਰੀਕੇ ਦੇ ਦੂਸਰੇ ਸਾਡੇ ਲੀਡਰ, ਕੋਈ ਇੱਕ ਲੀਡਰ ਵੀ ਨਜ਼ਰ ਨਹੀਂ ਆਉਂਦਾ ਜਿਸ ਤੋਂ ਲੋਕਾਂ ਨੂੰ ਕੋਈ ਉਮੀਦ ਹੋਵੇ, ਜਿਸ ਤੋਂ ਲੋਕਾਂ ਨੂੰ ਕੋਈ ਆਸ ਹੋਵੇ। ਔਰ ਲੋਕ ਐਲੀਨੇਟ ਹੋ ਚੁੱਕੇ ਆ, ਫਰਸਟ੍ਰੇਟ ਹੋ ਚੁੱਕੇ ਆ, ਔਰ ਇਹੀ ਕਾਰਨ ਆ, ਬਹੁਤ ਸਾਰਾ ਕਾਰਨ ਆ ਇਸ ਫਰਸਟ੍ਰੇਸ਼ਨ ਦਾ ਕਿ ਡਰੱਗਿਜ਼ਮ 'ਚ ਪੈ ਗਏ, ਐਲਕੋਹਲਿਜ਼ਮ 'ਚ ਪੈ ਗਏ, ਫਰਸਟ੍ਰੇਸ਼ਨ ਦੇ ਵਿੱਚ ਜੀ। ਤੋ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਦੀ, ਮੈਡੀਕਲ ਦੀਆਂ ਸੀਟਾਂ ਵਿਕਾਊ ਆ, ਇੰਜੀਨੀਅਰਿੰਗ ਦੀਆਂ ਸੀਟਾਂ ਚੰਗੇ ਕਾਲਜਾਂ ਦੀਆਂ, ਚੰਗੇ ਇੰਸਟੀਟਿਊਸ਼ਨਸ ਦੀਆਂ ਵਿਕਾਊ ਆ। ਇਸੇ ਕਿਸਮ ਦੀਆਂ ਹੋਰ ਜਿਹੜੀਆਂ ਕੋਈ ਵੀ ਇਸ ਕਿਸਮ ਦੇ ਐਗਜ਼ਾਮੀਨੇਸ਼ਨਸ ਆ ਉਹ ਵੀ। ਈਵਨ ਐਜੂਕੇਸ਼ਨ 'ਚ ਕਰਪਸ਼ਨ ਆ, ਮੈਡੀਕਲ 'ਚ ਕਰਪਸ਼ਨ ਆ, ਹਰ ਮਹਿਕਮਾ ਜਿਹੜਾ ਉਹ ਕਰਪਟ ਹੋ ਚੁੱਕਿਆ ਜੀ। ਬਿਜਲੀ 'ਚ ਬਹੁਤ ਜ਼ਿਆਦਾ ਹਰ ਮਹਿਕਮਾ ਕਰਪਟ, ਪੁਲਿਸ 'ਚ ਵੀ, ਰੈਵਨਿਊ ਸਿਸਟਮ 'ਚ ਵੀ। ਕੋਈ ਤੁਸੀਂ ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ ਬੈਂਸ ਸਾਹਿਬ। ਜਿਹੜਾ ਇੱਕ ਮਸਲਾ ਹੈ ਕਿ ਵੀ ਜਿਸ ਕਿਸਮ ਦੇ ਹਾਲਾਤ ਦਾ ਬਿਆਨ ਉਹ ਕਰਦੇ ਨੇ, ਤੁਸੀਂ ਤਕਰੀਬਨ ਉਹਦੇ ਨਾਲ ਸਹਿਮਤ ਹੋ ਜਿਸ ਕਿਸਮ ਦੀ ਦਲੀਲ ਤੁਸੀਂ ਦਿੱਤੀ ਹੈ। ਪਰ ਮਸਲਾ ਇਹ ਹੈ ਕਿ ਵੀ ਜਦੋਂ ਹੁਕਮਰਾਨਾਂ ਦਾ ਆਪਸ ਦੇ ਵਿੱਚ ਕਾਟੋ ਕਲੇਸ਼ ਹੋਏਗਾ ਉਦੋਂ ਹੀ ਇੱਕ ਦੂਜੇ ਨੂੰ ਉਹ ਬੇਈਮਾਨ ਕਹਿਣਗੇ, ਉਂਝ ਬੇਈਮਾਨ ਭਾਈ ਭਾਈ। ਦੇਖੋ ਸਾਡੇ ਸਿਸਟਮ ਦੇ ਵਿੱਚ ਇੱਕੋ ਇਹੀ ਤਰੀਕਾ ਹੈਗਾ ਕਿ ਜਦੋਂ ਕਰਪਸ਼ਨ ਦੇ ਬਾਰੇ ਜਿੰਨੇ ਵੀ ਹੁਣ ਤੱਕ ਕੇਸ ਆਉਂਦੇ ਆ, ਜਦੋਂ ਤੱਕ ਇਹਨਾਂ ਦੇ ਆਪਣੇ ਇੰਟਰਸਟ ਕਲੈਸ਼ ਨਹੀਂ ਹੁੰਦੇ, ਜਦੋਂ ਤੱਕ ਜਿਹੜੇ ਗੱਲਾਂ ਬਾਹਰ ਨਹੀਂ ਆਉਂਦੀਆਂ। ਜਦੋਂ ਕਿਸੇ ਸਟੇਜ ਦੇ ਉੱਤੇ ਕੋਈ ਇੰਟਰਸਟ ਕਲੈਸ਼ ਹੁੰਦੇ ਆ ਦੋ ਪੋਲੀਟੀਕਲ ਪਾਰਟੀਆਂ ਦੇ ਜਾਂ ਪੋਲੀਟੀਸ਼ੀਅਨਾਂ ਦੇ, ਠੀਕ ਹੈ ਨਾ, ਤਾਂ ਉਦੋਂ ਜਾ ਕੇ ਹੁਣ ਤੁਸੀਂ ਇਵਨ ਪਾਰਲੀਮੈਂਟ 'ਚ ਦੇਖਿਆ ਹੋਣਾ, ਬਹੁਤ ਸਾਰੇ ਕੇਸਾਂ ਦੇ ਵਿੱਚ BJP ਔਰ ਕਾਂਗਰਸ ਜਿਹੜੇ ਆ ਉਹ ਰਲ ਕੇ ਬਿੱਲ ਪਾਸ ਕਰ ਲੈਂਦੇ ਆ ਜੀ। ਖਾਸ ਤੌਰ ਤੇ ਉਹ ਬਿੱਲ ਜਿੱਥੇ ਸਿਆਸਤਦਾਨਾਂ ਨੂੰ ਬਚਾਉਣਾ ਹੋਵੇ, ਜਿੱਥੇ ਬਚਾਉਣਾ ਹੋਵੇ, ਜਿੱਥੇ ਹੁਣ ਦੇਖੋ ਇਹਦੇ ਉੱਤੇ RTI ਦੇ ਮਾਮਲੇ ਦੇ ਵਿੱਚ ਹੋਇਆ, RTI 'ਚ ਹੋਇਆ। ਇਸ ਦਾ ਜਿਹੜਾ ਸੁਪਰੀਮ ਕੋਰਟ ਦੀ ਜਜਮੈਂਟ ਆਈ ਸੀਗੀ ਜਿਹਦੇ ਵਿੱਚ ਪਹਿਲਾਂ ਇਕੱਠੀ ਸੀ, ਬਾਅਦ ਚ ਕਿਉਂਕਿ ਉਹ ਥੋੜੇ ਜਿਹੇ ਕਾਂਗਰਸ ਬੈਨੀਫਿਟ ਲੈਣਾ ਚਾਹੁੰਦੀ ਸੀ, ਉਹਦਾ ਲੈ ਗਏ ਉਹ ਚੋਣਾਂ ਵਾਲਾ ਮਸਲਾ ਜ਼ਿਆਦਾ ਹੋ ਗਿਆ, ਗਾਂਧੀ ਤੋਂ ਸਟੇਟਮੈਂਟ ਦਵਾ ਕੇ। ਅਦਰਵਾਈਜ਼ BJP ਨਾਲ ਸੀ ਉਹਨਾਂ ਦੇ ਜੀ, 100% ਨਾਲ ਸੀ। ਸੋ ਜਦੋਂ ਤੱਕ ਇਹਨਾਂ ਦੇ ਇੰਟਰਸਟ ਇਕੱਠੇ ਆ ਉਦੋਂ ਤੱਕ ਸਾਰੇ ਇਮਾਨਦਾਰ ਨੇ। ਜਦੋਂ ਕਲੈਸ਼ ਕਰਦੇ ਆ ਫਿਰ ਇਹ ਬਾਹਰ ਆ ਕੇ ਦੱਸਦੇ ਆ ਵੀ ਉਹ ਕਰਪਟ ਆ, ਉਹ ਦੂਜਾ ਕਹਿੰਦਾ ਵੀ ਤੂੰ ਮੇਰੇ ਨਾਲ ਜ਼ਿਆਦਾ ਕਰਪਟ ਹੈ। ਮਤਲਬ ਕੁੱਲ ਮਿਲਾ ਕੇ ਲੋਕਾਂ ਦੇ ਹੱਥ 'ਚ ਇੱਕੋ ਹੀ ਗੱਲ ਹੈ ਕਿ ਵੀ ਉਹ ਅਰਦਾਸ ਕਰਨ ਕਿ ਵੀ ਆਪਸ ਦੇ ਵਿੱਚ ਲੜਨ ਤੇ ਸਾਨੂੰ ਕੁਝ ਪਤਾ ਲੱਗੇ ਜਾਂ ਕੋਈ ਰਾਹਤ ਮਿਲੇ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਜੱਗਾ ਸਾਹਿਬ, ਜਦੋਂ ਆਪਾਂ ਤਕਨੀਕੀ ਪੱਖ ਤੋਂ ਇਨਸਾਫ ਦੀ ਗੱਲ ਦੇਖਣੀ ਹੋਵੇ ਤੇ ਲੋਕਾਂ ਦੇ ਪੱਖ ਦੀ ਗੱਲ ਦੇਖਣੀ ਹੋਵੇ ਕਿ ਲੋਕਾਂ ਲਈ ਬਣਿਆ ਹੋਇਆ ਪੈਸਾ ਜਿਹੜਾ ਉਹਨਾਂ ਦੇ ਡਿਸਕ੍ਰਿਸ਼ਨਰੀ ਫੰਡ ਦੇ ਵਿੱਚ ਹੈਗਾ, ਉਹਦੀ ਦੁਰਵਰਤੋਂ ਹੋਈ ਆ। ਜੇ ਉਹ ਦੁਰਵਰਤੋਂ ਕਿਸੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ ਤੇ ਸਾਡੇ ਕੋਲ ਕੋਈ ਇੱਦਾਂ ਦਾ ਚੈਨਲ ਹੈਗਾ ਜਿੱਥੇ ਬਿਨਾਂ ਸਿਆਸੀ ਦਖਲਅੰਦਾਜ਼ੀ ਤੋਂ ਕਿਸੇ ਕਿਸਮ ਦਾ ਇਨਸਾਫ ਹੋ ਸਕੇ? ਹਾਂ, ਕਿਉਂ ਨਹੀਂ ਹੈਗਾ। ਅਗਰ ਕੋਈ ਇਹ ਚੀਜ਼ ਜਿਹੜੀ ਹੈਗੀ ਹੈ, ਜਿਹੜੀ ਹੁਣ ਰਿਪੋਰਟ ਆਈ ਹੈ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਵੀ ਇਹ ਰਿਪੋਰਟ ਦੇ ਆਉਣ ਤੱਕ ਵੀ ਸਿਆਸਤ ਹੋਈ ਆ। ਹਾਂ, ਨਹੀਂ, ਮੈਂ ਕਹਿ ਰਿਹਾ ਕਿ ਇਹ ਜਿਹੜੀ ਰਿਪੋਰਟ ਕਿ ਵੀ ਹੁਣੇ ਘੇਰਾਬੰਦੀ ਸਾਬਕਾ ਮੰਤਰੀ ਦੀ ਸ਼ੁਰੂ ਹੋ ਗਈ ਹੈ, ਰਿਪੋਰਟ ਆ ਗਈ ਹੈ, ਅਗਾਂਹ ਵਿਜੀਲੈਂਸ ਬਿਊਰੋ ਨੂੰ ਚਲੀ ਗਈ ਹੈ। ਵਿਜੀਲੈਂਸ ਬਿਊਰੋ ਅਗਾਂਹ ਕੀ ਇਹਦੇ ਉੱਤੇ ਫਰਦਰ ਕਾਰਵਾਈ ਕਰਦਾ ਹੈ, ਸਰਕਾਰ ਕੀ ਕਰਦੀ, ਪਰਚਾ, ਇਹ ਇੱਕ ਅਲੱਗ ਗੱਲ ਹੈ। ਲੇਕਿਨ ਜੇਕਰ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਜੀ, ਇੱਕ ਜੇ ਗੱਲ ਮੰਨ ਲਈਏ ਤਾਂ ਸਾਡੇ ਕਾਨੂੰਨ ਦੇ ਵਿੱਚ ਸਾਰੇ ਸਿਸਟਮ ਉਪਲਬਧ ਹੈਗੇ ਨੇ ਜੀ। 2G ਸਕੈਮ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਨੇ। ਉਹ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਨਾ ਕਰਨਾ ਬਾਅਦ ਦੀ ਗੱਲ ਹੈ, ਪਰ ਸਾਡੇ ਕੋਲ ਕਾਨੂੰਨੀ ਅਦਾਰਾ ਤੇ ਕਾਨੂੰਨੀ ਐਕਟ ਜਿਹੜੇ ਨੇ ਉਹ ਪੂਰੇ ਹੈਗੇ ਨੇ। ਅਗਰ ਨਹੀਂ ਕਰਦੀ ਔਰ ਕੋਈ ਆਮ ਜਨਤਾ ਦਾ ਬੰਦਾ ਜਾਂ ਇਹ ਬੰਦਾ ਜਿਹਨੇ RTI ਦੇ ਵਿੱਚ ਦਰਖਾਸਤ ਪਾ ਕੇ ਲਿਆ, ਜੇ ਉਹ ਨਹੀਂ ਹੁੰਦਾ, ਉਹ ਆਪਣੀ ਸ਼ਿਕਾਇਤ ਅੱਗੇ ਜਾ ਸਕਦਾ, ਹਾਈ ਕੋਰਟ 'ਚ ਜਾ ਸਕਦਾ, ਸੁਪਰੀਮ ਕੋਰਟ 'ਚ ਜਾ ਸਕਦਾ, ਇਸ ਗੱਲ ਦੀ ਗੁਹਾਰ ਲਾ ਸਕਦਾ ਕਿ ਜੀ ਆਹ ਚੀਜ਼ ਸਾਹਮਣੇ ਆਈ ਹੈਗੀ ਹੈ, ਇਹਨੂੰ ਪੱਕੇ ਤੌਰ ਤੇ ਦੇਖਿਆ ਜਾਏ ਔਰ ਇਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏ। ਕਾਨੂੰਨ ਵੱਲੋਂ ਕੋਈ ਕਮੀ ਨਹੀਂ ਹੈਗੀ, ਆਪਣੇ ਮੁਲਕ 'ਚ ਕਾਨੂੰਨ ਪੂਰਾ ਹੈ। ਸਵਾਲ ਹੈ ਕਾਨੂੰਨ ਦੀ ਵਰਤੋਂ ਦਾ। ਵਰਤੋਂ ਪਹਿਲੀ ਗੱਲ ਹੁੰਦੀ ਕਿ ਨਹੀਂ ਹੁੰਦੀ,
ਇਨਸਾਫ ਮਿਲਦਾ ਹੈ ਕਿ ਨਹੀਂ ਮਿਲਦਾ। ਲੇਕਿਨ ਜਿਵੇਂ ਤੁਸੀਂ ਸਵਾਲ ਇਹ ਪੁੱਛਿਆ ਵੀ ਸਾਡੇ ਕੋਲ ਤਕਨੀਕੀ ਪੱਖ ਤੇ ਕਾਨੂੰਨ 'ਚ ਕੀ ਹੈਗਾ, ਕਾਨੂੰਨ 'ਚ ਅਗਰ ਕੁਝ ਨਹੀਂ ਕਰ ਸਕਦੇ ਤਾਂ ਜਿਹੜੇ ਭਾਈ ਸਾਹਿਬ ਨੇ ਆਰਟੀਆਈ ਦਰਖਾਸਤ ਪਾ ਕੇ ਲਈ ਹੈ ਉਹ ਇਹਨਾਂ ਦਸਤਾਵੇਜ਼ਾਂ ਨੂੰ ਲੈ ਕੇ ਅਗਾਂਹ ਕਚਹਿਰੀ 'ਚ ਜਾ ਕੇ ਦਰਵਾਜ਼ਾ ਖਟਖਟਾ ਸਕਦੇ ਆ ਕਿ ਜੀ ਮੇਰੇ ਕਹੇ ਤੇ ਆਹ ਚੀਜ਼ ਸਾਹਮਣੇ ਆਈ ਹੈ, ਇਹ ਇਸ ਤਰ੍ਹਾਂ ਹੋਇਆ, ਕੋਰਟ ਇਹਨੂੰ ਦੇਖ ਲਵੇ, ਦੇਖਣ ਤੋਂ ਬਾਅਦ ਇਹਦੇ ਉੱਤੇ ਜਿਹੜਾ ਧਾਰਾ ਲੱਗਦੀਆਂ ਨੇ ਉਹ ਧਾਰਾ ਦੇ ਹਿਸਾਬ ਨਾਲ ਜਿਹੜਾ ਹੈਗਾ ਪਰਚਾ ਇਹਦੇ ਉੱਤੇ ਦਾਖਲ ਕੀਤਾ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਇਹ ਕੋਰਟ ਨੇ ਸਾਰੇ ਜੋ ਸਬੂਤ ਉਹਦੇ ਸਾਹਮਣੇ ਆਉਂਦੇ ਨੇ ਉਹਨੂੰ ਵੇਖ ਕੇ ਉਹਦੇ ਉੱਤੇ ਕਾਰਵਾਈ ਦਾ ਆਦੇਸ਼ ਦੇ ਸਕਦੀ ਹੈ। ਕੋਈ ਕਿਸੇ ਪਰ ਕਿਸਮ ਦਾ ਇੰਨੇ ਅਸਰ ਰਸੂਖ ਵਾਲੇ ਬੰਦਿਆਂ ਦੇ ਖਿਲਾਫ ਜੇ ਉਹਨਾਂ ਨੂੰ ਸਰਕਾਰ ਦੀ ਹਮਾਇਤ ਹੋਵੇ, ਉਹਨਾਂ ਦੇ ਖਿਲਾਫ ਗਵਾਹ, ਉਹਨਾਂ ਦੇ ਖਿਲਾਫ ਜਿਹੜੇ ਸਬੂਤ ਜਟਾਉਣੇ ਇੱਕ ਆਮ ਆਦਮੀ ਦੇ ਹੱਥ ਬਸ ਹੈਗਾ ਇਹ ਗੱਲ? ਮੈਂ ਸਮਝਦਾ, ਲੇਕਿਨ ਮੈਂ ਇਸ ਗੱਲ ਨੂੰ ਬਹੁਤ ਚੰਗੀ ਸਮਝਦਾ ਕਿ ਆਦਮੀ ਨੂੰ ਜਿਹੜੀ ਸਕਾਰਾਤਮਕ ਸੋਚ ਹੈ ਉਸ ਤੋਂ ਭੱਜਣਾ ਨਹੀਂ ਚਾਹੀਦਾ। ਜੇ ਉਸ ਤੋਂ ਭੱਜ ਗਏ ਤਾਂ ਬਿਲਕੁਲ ਨਕਾਰਾਤਮਕ ਖਾਨੇ ਚਲੇ ਜਾਵਾਂਗੇ। ਜਿੱਦਾਂ ਅੱਜ ਇਹ ਗੱਲ ਹੋ ਰਹੀ ਵੀ ਲੋਕ ਕਹਿੰਦੇ ਜੀ ਪੋਲਿਟਿਕਸ ਦੇ ਵਿੱਚ ਸਾਰੇ ਚੋਰ ਨੇ, ਮੈਂ ਵੋਟ ਹੀ ਨਹੀਂ ਪਾਉਣ ਜਾਂਦਾ। ਜੇ ਨਹੀਂ ਵੋਟ ਪਾਉਣ ਜਾਂਦੇ ਤਾਂ ਹੋਰ ਮਾੜੇ ਬੰਦੇ ਆਣਗੇ, ਮਾੜੇ ਬੰਦੇ ਆਣਗੀਆਂ, ਮਾੜੀਆਂ ਪਾਲਿਸੀਆਂ ਬਣਨਗੀਆਂ, ਉਹ ਆਮ ਆਦਮੀ ਨੂੰ ਫਰਕ ਪੈਣਗੀਆਂ। ਅਲਟੀਮੇਟਲੀ ਜੇ ਆਮ ਆਦਮੀ ਹਤਾਸ਼ ਹੋ ਕੇ ਬਹਿ ਗਿਆ ਫਿਰ ਤਾਂ ਜਿਹੜੇ ਮਾੜੇ ਪੰਜਾਬ ਦੇ ਵਿੱਚ ਅਸੀਂ ਪੂਰਾ ਰਾਜ ਪੰਜਾਬ ਦੇ ਵਿੱਚ ਜਿਹੜੀ ਵੋਟ ਜਿਹੜੀ ਫੀਸਦੀ ਆ ਉਹ ਵੱਧ ਗਈ ਹੈ। ਹਾਂ, ਤੇ ਕਰਪਸ਼ਨ ਵੀ ਨਾਲ ਦੀ ਨਾਲ ਹੀ ਵੱਧ ਗਈ ਹੈ। ਨਹੀਂ ਲੇਕਿਨ ਜਿਹੜਾ ਬੰਦਾ ਆਮ ਆਦਮੀ ਹੈ ਉਹ ਹਤਾਸ਼ ਹੋ ਕੇ ਬੈਠਾ, ਜਿਵੇਂ ਇਹਨਾਂ ਦੋਹਾਂ ਸਾਹਿਬਾਨ ਨੇ ਗੱਲ ਕੀਤੀ, ਉਹ ਕਹਿੰਦਾ ਨਹੀਂ ਇਹ ਤਾਂ ਸਾਰੇ ਚੋਰ ਹੈ ਜੀ। ਲੇਕਿਨ ਅਗਰ ਉਹ ਬੰਦਾ ਅੱਗੇ ਆਂਦਾ, ਚੰਗੇ ਬੰਦੇ ਨੂੰ ਚੁਣ ਕੇ ਲਿਆਂਦਾ ਤੇ ਹਾਲਾਤ ਸੁਧਰ ਸਕਦੇ ਨੇ। ਦੂਜੀ ਗੱਲ, ਜੇ ਇਹ ਰਾਜਾ ਵਰਗਾ ਬੰਦਾ 15 ਮਹੀਨੇ ਲਈ ਜੇਲ੍ਹ 'ਚ ਜਾ ਸਕਦਾ ਹੈ, ਕੰਨੀ ਮੋਈ ਜਿਹੜੀ ਕਿ ਮੈਂਬਰ ਪਾਰਲੀਮੈਂਟ ਹੈ ਜਾ ਸਕਦੀ ਹੈ, ਤੇ ਕੋਈ ਬੰਦਾ ਇਹੋ ਜਿਹਾ ਨਹੀਂ ਜਿਹੜਾ ਕਾਨੂੰਨ ਤੋਂ ਉੱਤੇ। ਲੇਕਿਨ ਹਾਂ, ਉਹਦੇ ਲਈ ਜੇ ਹਤਾਸ਼ ਹੋ ਗਏ, ਜੇ ਤੁਸੀਂ ਆਸ਼ਾ ਛੱਡ ਦਿੱਤੀ, ਜੇ ਸੋਚ ਛੱਡ ਦਿੱਤੀ ਕਿ ਬੰਦਾ ਤਗੜਾ ਮੈਂ ਕੁਝ ਨਹੀਂ ਕਰ ਸਕਦਾ, ਫਿਰ ਕਾਨੂੰਨ ਕਿੱਥੇ ਸਾਥ ਦੇ? ਜੀ ਢਿੱਲੋਂ ਸਾਹਿਬ ਤੁਸੀਂ ਕੀ ਕਹੋਗੇ? ਮੈਨੂੰ ਤਾਂ ਨਹੀਂ ਲੱਗਦਾ ਕੋਈ ਐਸੀ ਉਮੀਦ ਹੈ, ਕਿਉਂਕਿ ਹਰ ਜਿਹੜਾ ਨਹੀਂ, ਪਰ ਜਿੰਨੀਆਂ ਉਹਨਾਂ ਨੇ ਮਿਸਾਲਾਂ ਦਿੱਤੀਆਂ ਨੇ, ਹਾਂਜੀ। ਉਹਨਾਂ ਨੇ ਮਿਸਾਲਾਂ ਦਿੱਤੀਆਂ ਕਿ 2G ਸਕੈਮ ਬਾਹਰ ਆਇਆ ਸਾਡੇ ਕੋਲ, ਜਿਹੜਾ ਕੋਲੇ ਦਾ ਜਿਹੜਾ ਕਪੜਾ ਉਹ ਸਾਡੇ ਕੋਲ ਬਾਹਰ ਆਇਆ, ਜਿਹੜੇ ਵੀ ਉਹਨਾਂ ਦੇ ਵਿੱਚ ਸੀਗੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ, ਬਹੁਤ ਤਾਕਤਵਰ ਆਦਮੀ ਸੀਗੇ, ਉਹਨਾਂ ਦੇ ਸਿਰ ਦੇ ਉੱਤੇ ਸਰਕਾਰ ਟਿੱਕੀ ਹੋਈ ਸੀਗੀ। ਇਹਨਾਂ ਨੇ ਕਾਨੀ ਮੋੜੀ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਜੋ ਜੇਲ੍ਹ ਜਾਣ ਤੋਂ ਬਾਅਦ ਉਹ ਰਾਜ ਸਭਾ ਦੀ ਮੈਂਬਰ ਇਲੈਕਟ ਹੋ ਕੇ ਆਈ ਹੈ ਜੀ। ਉਹਨੂੰ ਕਾਂਗਰਸ ਨੇ ਵੀ ਸਪੋਰਟ ਕੀਤਾ, ਕੁਝ ਵੋਟਾਂ ਕਾਂਗਰਸ ਦੀਆਂ ਸੀਗੀਆਂ, ਉਹ ਪਾ ਕੇ ਆਰਾਮ ਨਾਲ ਹੁਣ ਉਹ ਰਾਜ ਸਭਾ ਦੀ ਮੈਂਬਰ ਦੁਬਾਰਾ ਜਿੱਤ ਕੇ ਆ ਗਈ ਹੈ ਜੀ। ਇਸ ਸਿਸਟਮ ਦੇ ਵਿੱਚ ਜਿਹੜੀ ਉਮੀਦ ਆ, ਮੈਨੂੰ ਨਹੀਂ ਲੱਗਦਾ ਹੁਣ ਜੇ ਮੈਨੂੰ ਕੋਈ ਪੁੱਛੇ ਵੀ ਕਿਹੜੀ ਪਾਰਟੀ ਆ ਪੰਜਾਬ ਦੇ ਵਿੱਚ ਜਾਂ ਕਿਹੜਾ ਲੀਡਰ ਆ ਉਹਨੂੰ ਮੈਂ ਵੋਟ ਪਾਵਾਂ, ਜੀ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ ਇਮਾਨਦਾਰ ਆ। ਬਹੁਤ ਸਾਰੀ ਉਮੀਦ ਪੰਜਾਬ ਦੇ ਲੋਕਾਂ ਨੂੰ ਜਾਗੀ ਸੀ ਅਮਰਿੰਦਰ ਸਿੰਘ ਤੋਂ, ਇਹਨਾਂ ਤੋਂ ਤੰਗ ਆ ਕੇ, ਅਕਾਲੀਆਂ ਤੋਂ, ਬਾਦਲ ਤੋਂ ਤੰਗ ਆ ਕੇ ਉਹਨਾਂ ਨੂੰ ਉਮੀਦ ਸੀ ਵੀ ਸ਼ਾਇਦ ਅਮਰਿੰਦਰ ਸਿੰਘ ਇੱਕ ਕਲੀਨ ਐਡਮਿਨਿਸਟ੍ਰੇਸ਼ਨ ਦੇਗਾ ਪੰਜਾਬ ਨੂੰ ਔਰ ਇੰਪਰੂਵ ਕਰੇਗਾ। ਬਟ ਬਦਕਿਸਮਤੀ ਇਹ ਆ ਕਿ ਉਸਨੇ ਆਪ ਹੀ ਕਰਪਸ਼ਨ ਦੇ ਵਿੱਚ ਇਨਵੋਲਵ ਹੋ ਗਿਆ ਜੀ। ਤੋ ਹੁਣ ਕਿਹਨੂੰ ਅਸੀਂ ਕਿਹੜਾ ਬੰਦਾ ਲਈਏ, ਕਿਹੜਾ ਲੀਡਰ ਜਿਹਨੂੰ ਅਸੀਂ ਪਿਨ ਪੁਆਇੰਟ ਕਰਕੇ ਕਹੀਏ ਵੀ ਇਹ ਆਦਮੀ ਆ ਜਾਂ ਇਹ ਪਾਰਟੀ ਆ, ਇਹਨੂੰ ਅਸੀਂ ਵੋਟ ਪਾਈਏ। ਹੁਣ ਇਸੇ ਤਰ੍ਹਾਂ ਮਨਪ੍ਰੀਤ ਦੇ ਉੱਤੇ ਵੀ ਕਈ ਕਿਸਮ ਦੇ ਚਾਰजेस ਹੈਗੇ ਵੀ ਉਹਨਾਂ ਨੇ ਐਂ ਕੀਤਾ, ਆਹ ਕੀਤਾ, ਵਾਹ ਕੀਤਾ। ਤੋ ਬੰਦਾ ਮਤਲਬ ਲੋਕ ਵਿਚਾਰੇ ਕਰਨ ਵੀ ਕੀ ਕਿਹਨੂੰ whom they should look to for inspiration, for some solace, for some satisfaction, for some honesty, for some integrity, ਕਿਹਨੂੰ ਦੇਖਣ ਜੀ? ਮੈਨੂੰ ਕੋਈ ਨਜ਼ਰ ਨਹੀਂ ਆਉਂਦਾ। ਢਿੱਲੋਂ ਸਾਹਿਬ ਗੱਲ ਕਰ ਰਹੇ ਨੇ ਉਹ ਤੋਂ ਬਾਅਦ ਤਾਂ ਲੱਗਦਾ ਕਿ ਵੀ ਜਿਹੜੀ ਬਹਿਸ ਹੈ ਉਹ ਮੁੱਕ ਗਈ ਹੈ ਤੇ ਹੁਣ ਜਾ ਕੇ ਸਿਰਫ ਅਫਸੋਸ ਕੀਤਾ ਜਾ ਸਕਦਾ। ਮੈਂ ਥੋੜਾ ਵਿਚਲੀ ਗੱਲ ਕਰਨ, ਦੇਖੋ ਸਾਡੇ ਕੋਲ ਇਹ ਗੱਲ ਸਹੀ ਹੈ ਕਿ ਸਾਡੇ ਕੋਲ ਰੋਲ ਮਾਡਲ ਨਹੀਂ ਰਹੇ ਪੋਲਿਟਿਕਸ ਦੇ ਵਿੱਚ, ਜਿੱਦਾਂ ਕਿ ਅਸੀਂ ਕੋਟ ਕਰ, ਹੁਣ ਕਿਸੇ ਨੂੰ ਆਪਾਂ ਕਹਿ ਨਹੀਂ ਸਕਦੇ ਕਿ ਉਹ ਜਿਹੇ ਬਣੋ, ਪਰ ਜਿਹੜੇ ਸਮਾਜਿਕ ਕਾਰਕੁਨ ਦੇ ਤੌਰ ਤੇ ਸ਼ਹੀਦ ਭਗਤ ਸਿੰਘ ਹੈ, ਸੁਖਦੇਵ ਰਾਜਗੁਰੂ, ਆਪਾਂ ਉਹੀ ਰੋਲ ਮਾਡਲ ਲੈ ਕੇ ਉਹੀ ਸਾਰੇ ਪੋਲੀਟੀਸ਼ੀਅਨ ਵੀ ਜਿਹੜੇ ਕਰਪਟ ਉਹੀ ਕਹਿੰਦੇ ਆ ਉਹਨਾਂ ਵਰਗੇ ਬਣੋ, ਠੀਕ ਹੈ ਨਾ। ਪਰ ਸਮੱਸਿਆ ਇਹ ਆ ਕਿ ਇਹ ਗੱਲ ਉਹਨਾਂ ਦੀ ਠੀਕ ਹੈ ਕਿ ਨਿਰਾਸ਼ ਨਹੀਂ ਹੋਣਾ ਚਾਹੀਦਾ। ਹੋਪ ਜਿਹੜੀ ਹੈ ਦੈਟ ਸਸਟੇਨਸ ਲਾਈਫ। ਸੋ ਨਿਰਾਸ਼ ਹੋਣ ਦੀ ਲੋੜ ਨਹੀਂ, ਲੋਕਾਂ ਨੂੰ ਬਿਲਕੁਲ ਪਾਰਟਿਸਿਪੇਟ ਕਰਨਾ ਚਾਹੀਦਾ ਕਿਤੇ ਨਾ ਕਿਤੇ ਜ਼ਰੂਰ। ਜਿਹੜੀ ਨਹੀਂ, ਇੱਕ ਉਮੀਦ ਦੀ ਕਰਨੀ ਵੀ ਹੈ ਕਿ ਹਰ ਇੱਕ ਗੱਲ ਤੱਕ ਹੀ ਆਈ ਹੈ ਕਰਪਸ਼ਨ ਨਾ, ਉੱਪਰ ਸਾਹ ਨਹੀਂ ਨਿਕਲੇਗਾ। ਦੇਖੋ ਉਹ ਇੱਕ ਗੱਲ ਸਹੀ ਹੈ ਕਿ ਫਰਸਟ੍ਰੇਸ਼ਨ ਬਹੁਤ ਹੈ ਲੋਕਾਂ ਦੇ ਵਿੱਚ। ਹੁਣ ਦੇਖੋ ਤੁਸੀਂ ਪੰਜਾਬ ਦੀ ਹਾਲਤ ਦੇਖ ਲਓ, ਤੁਸੀਂ ਰੇਤਾ ਬਜਰੀ ਹੈ ਜਿਹੜੀ ਕਿਸੇ ਲਈ ਆਮ ਸੜਕਾਂ ਦੇ ਉੱਤੇ ਟਰਾਲੀਆਂ ਮਿਲ ਜਾਂਦੀਆਂ ਸੀ 500 ਦੀ 600 ਤੁਸੀਂ ਘਰ ਲੈ ਕੇ ਚੱਲ ਜਾਂਦੇ ਜਦੋਂ ਮਰਜੀ। ਹੁਣ ਤੁਹਾਨੂੰ ਉਹੀ ਚੀਜ਼ ਪਹਿਲੇ ਤਾਂ ਮਿਲਦੀ ਨਹੀਂ, ਜੇ ਮਿਲਦੀ ਹੈ ਤਾਂ ਉਹੀ 8000 10000 ਦੀ ਜਿਹੜੀ 500 ਚੀਜ਼ ਮਿਲਦੀ ਸੀਗੀ। ਮਤਲਬ ਥੋੜਾ ਜੀਣਾ ਹਰਾਮ ਕਰਤਾ ਹੈ। ਤੁਸੀਂ ਟਰਾਂਸਪੋਰਟ ਦੇ ਉੱਤੇ ਕਬਜ਼ਾ ਕਰ ਲਿਆ, ਠੀਕ ਹੈ ਕਿ ਨਹੀਂ? ਤੇ ਤੁਸੀਂ ਰੇਟ ਜਦੋਂ ਕਿਰਾਏ ਵਧਾਣੇ ਆ ਉਹ ਤੁਹਾਨੂੰ ਮਤਲਬ ਜੇ ਕੋਈ ਵੀ ਫਾਇਦਾ ਹੋ ਰਿਹਾ ਤੁਹਾਨੂੰ ਹੋ ਰਿਹਾ ਇੱਕ ਉਹਦੇ ਮਤਲਬ ਇੱਕ ਜਿਹੜਾ ਮਾਡਲ ਹੈ ਜਿਹਨੂੰ ਆਪਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਹਿੰਦੇ ਉਹਦੇ ਵਿੱਚ ਪਬਲਿਕ ਵੀ ਤੁਸੀਂ ਹੋ ਤੇ ਪ੍ਰਾਈਵੇਟ ਵੀ ਤੁਸੀਂ ਹੋ। 200 ਕਰੋੜ ਦਾ ਫਾਇਦਾ ਤੁਹਾਨੂੰ
ਇਨ ਵਨ ਸਟ੍ਰੋਕ ਹੋ ਗਿਆ, ਹਾਂਜੀ। ਸੋ ਕਹਿਣ ਦਾ ਮਤਲਬ ਹੈ ਤੁਸੀਂ ਇਸ ਤਰੀਕੇ ਨਾਲ ਉਹਨੂੰ, ਜਿਵੇਂ ਕਹਿੰਦੇ ਹੁਣ ਕਈ ਜਿੰਦੇ ਕੰਪਿਊਟਰਾਈਜੇਸ਼ਨ ਕਰਨੀ ਹੈ, ਕੰਪਿਊਟਰਾਈਜੇਸ਼ਨ ਕਾਹਦੇ ਵਾਸਤੇ ਕਰ ਰਹੇ ਆ, ਤਾਂ ਕਿ ਜਿਹੜੀ ਕਰਪਸ਼ਨ ਹੈ ਉਹਨੂੰ ਸੈਂਟਰਲਾਈਜ਼ ਕੀਤਾ ਜਾਵੇ, ਠੀਕ ਹੈ ਨਾ। ਹੁਣ ਜਿਹੜੇ ਅਫਸਰ ਥੱਲੇ ਖਾ ਜਾਂਦੇ ਆ ਇਹ ਵੈਸੇ ਸੈਂਟਰਲਾਈਜੇਸ਼ਨ ਜਿਹੜੀ ਸ਼ਬਦ ਦੀ ਵਰਤੋਂ ਮੈਂ ਪਹਿਲੀ ਵਾਰ ਇਸ ਰੂਪ ਦੇ ਵਿੱਚ ਦੇਖੀ ਹੈ ਕਿ ਵੀ ਕਰਪਸ਼ਨ ਦੀ ਸੈਂਟਰਲਾਈਜੇਸ਼ਨ ਕਰ ਰਿਹਾ ਹੈ ਕੰਪਿਊਟਰਾਈਜੇਸ਼ਨ ਕਰਕੇ, ਹੋਰ ਕੁਝ ਨਹੀਂ ਕਰ ਰਹੇ, ਤਾਂ ਕਿ ਜਿਹੜੇ ਸਾਡੇ ਰਿਸੋਰਸ ਜਿੱਥੋਂ ਵੀ ਆ ਸਕਦਾ ਸਾਡੇ ਹੱਥ ਵਿੱਚ ਹੋਣ, ਸਾਡੇ ਕੰਟਰੋਲ 'ਚ ਹੋਣ ਜੀ, ਪਤਾ ਹੋਵੇ, ਮਤਲਬ ਸਾਨੂੰ ਪਤਾ ਹੋਵੇ ਜੀ। ਜੱਗਾ ਜੀ ਤੁਸੀਂ ਕੁਝ ਕਹਿਣ ਲੱਗੇ? ਮੈਂ ਇਹ ਗੱਲ ਕਹਿਣੀ ਚਾਹ ਰਿਹਾ ਸੀ ਵੀ ਠੀਕ ਹੈ ਹਾਲਾਤ ਬਹੁਤ ਖਰਾਬ ਨੇ, ਲੇਕਿਨ ਇਹੀ ਅਸਲੀ ਸਮਾਂ ਹੈ ਜਿਸ ਵੇਲੇ ਬਾਣੀ ਜਾਂ ਗੁਰੂਆਂ ਦੀ ਦਿੱਤੀ ਹੋਈ ਸਿੱਖ ਜਾਂ ਜਿਹੜੇ ਉਹਨਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤੇ ਨੇ ਉਹਨਾਂ ਉੱਤੇ ਟਿਕੇ ਰਹਿਣ ਦਾ ਜੀ। ਜੇ ਉਹਨਾਂ ਤੋਂ ਹਟ ਜਾਣਗੇ, ਜੋ ਬੱਚਾ ਖੁੱਚਿਆ ਉਹ ਵੀ ਤੁਰ ਜਾਏਗਾ। ਇਸ ਕਰਕੇ ਮੈਂ ਸਮਝਦਾ ਇਹ ਪੁਰਾਣੇ ਜ਼ਮਾਨੇ ਤੋਂ ਆਂਦਾ ਕਿ ਜਿਹੜੀ ਬੁਰਾਈ ਆ ਉਹਨੇ ਇੰਨਾ ਕਰਨਾ ਕਿ ਜਿਹੜਾ ਬੰਦਾ ਚੰਗਾ ਉਹਨੇ ਕਹਿਣਾ ਇਹਨੂੰ ਨਿਰਾਸ਼ ਕਰ ਦੋ। ਨਿਰਾਸ਼ ਹੋਣਾ ਆਪਣੇ ਆਪ 'ਚ ਇੱਕ ਬੜੀ ਵੱਡੀ ਹਾਰ ਹੈਗੀ ਹੈ। ਉਹ ਕਹਿੰਦਾ ਵੀ ਸ਼ੁਭ ਕਰਮਨ ਤੇ ਕਬੂ ਨਾ ਡਰੋ, ਆਪਣੇ ਕਰਮ ਚੰਗੇ ਜਿਹੜੇ ਹੈਗੇ ਨੇ। ਔਰ ਇਹੋ ਜਿਹੀ ਗੱਲ ਨਹੀਂ ਕਿ ਵੀ ਮੁਲਕ ਦੇ ਵਿੱਚ 100% ਜਾਂ ਬੰਦੇ ਬਿਲਕੁਲ ਹੀ ਗਲਤ ਆ ਚੁੱਕੇ ਨੇ, ਬਿਲਕੁਲ ਖਰਾਬ ਹੈਗੇ ਨੇ। ਆਫਟਰ ਆਲ ਲੋਕ ਅੱਜ ਗੱਲ ਕਰਦੇ ਨੇ, ਮੈਨੂੰ ਕਿਸੇ ਨੇ ਕਿਹਾ ਜੀ ਜੁਡੀਸ਼ਰੀ 'ਚ ਬੜੀ ਪ੍ਰੋਬਲਮ ਹੈ। ਮੈਂ ਉਹਨੂੰ ਕਿਹਾ ਵੀ ਗੱਲ ਇਹ ਹੈ ਮਿੱਤਰਾ, ਇਹ ਸੋਚ ਵੀ ਆਪਾਂ ਜੇ ਜੁਡੀਸ਼ਰੀ ਨਾ ਹੋਵੇ ਫੇਰ ਕਿੱਦਾਂ। ਉਹ ਜਦੋਂ ਉਹਨੂੰ ਇਹ ਗੱਲ ਕਹੀ ਉਹ ਕਹਿੰਦਾ ਵੀ ਮੈਂ ਸੋਚ ਨਹੀਂ ਸਕਦਾ। ਨਹੀਂ, ਉਹ ਤਾਂ ਸਾਡੇ ਮੁਲਕ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਵੀ ਜੇ ਇਸ ਕਿਸਮ ਦੀ ਜਮਹੂਰੀਅਤ ਨਾ ਹੋਵੇ ਤੇ ਤੁਸੀਂ ਪਾਕਿਸਤਾਨ ਬਣ ਜਾਓਗੇ। ਮਤਲਬ ਜੇ ਤੁਸੀਂ ਡਰਾਉਣ ਦਾ ਹੀ ਮਸਲਾ ਹੋਵੇ, ਪਾਕਿਸਤਾਨ 'ਚ ਜਾ ਕੇ ਕਹਿ ਦੇਣਗੇ ਤੁਸੀਂ ਇਥੋਪੀਆ ਹੋ ਜਾਏਗਾ, ਇਹ ਤਾਂ ਮਤਲਬ ਇਹ ਨਿਗਾਰ ਤੇ ਕਿਤੇ ਵੀ ਜਾ ਸਕਦਾ ਹੈ। ਲੇਕਿਨ ਇਹ ਸਮਾਂ ਜਿਸ ਵੇਲੇ ਤੁਸੀਂ ਆਪਣਾ ਮਾਨਸਿਕ ਸੰਤੁਲਨ ਐਨ ਬਰਕਰਾਰ ਰੱਖਣਾ ਹੈ। ਔਰ ਮੈਂ ਕਹਿੰਦਾ ਵੀ ਮਾੜਾ ਸਮਾਂ ਰਾਤ ਜਿੱਡੀ ਮਰਜ਼ੀ ਕਾਲੀ ਹੋਵੇ, ਦਿਨ ਜ਼ਰੂਰ ਚੜ੍ਹਦਾ ਜੀ। ਨਹੀਂ ਕੋਈ ਨਾ ਕੋਈ, ਪਰ ਜਿਹੜੀ ਇਹ ਗੱਲ ਹੈ ਆਪਾਂ ਬਹੁਤ ਦੇਰ ਤੋਂ ਸੁਣਦੇ ਆ ਰਹੇ ਹਾਂ ਜੀ। ਤੁਸੀਂ ਖੁਦਾ ਉਹ ਕਹਿੰਦੇ ਆਦਤ ਤੇ ਖੁਦਾ ਦਾ ਵੈਰ ਹੈ, ਉਹ ਜ਼ਰੂਰ ਹੋਪ ਸ਼ੁੱਡ ਵੀ ਦੇਅਰ ਕਿ ਪੰਜਾਬ ਦੇ ਵਿੱਚ ਚੰਗੇ ਦਿਨ ਆਉਣਗੇ। ਤਾਂ ਆਪਾਂ ਨੂੰ ਹੋਪ ਤੇ ਲੈ ਕੇ ਚੱਲਣਾ ਚਾਹੀਦਾ। ਬਿਲਕੁਲ ਢਿੱਲੋਂ ਸਾਹਿਬ, ਇਹ ਤਾਂ ਗੱਲ ਇੱਕ ਹੋ ਗਈ ਹੈ। ਮੈਂ ਜਿਹੜਾ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਅਕਾਲੀਆਂ ਦੀ, ਖਾਸ ਤੌਰ ਦੇ ਉੱਤੇ ਅਕਾਲੀ ਜਿਹੜੇ ਪੰਜਾਬ ਦੀਆਂ ਉਮੀਦਾਂ ਨੂੰ, ਪੰਜਾਬ ਦੀਆਂ ਮੰਗਾਂ ਦੀ ਨੁਮਾਇੰਦਗੀ ਕਰਦੇ ਰਹੇ ਨੇ, ਮੋਰਚੇ ਲੜੇ ਨੇ, ਬਹੁਤ ਕੁਰਬਾਨੀਆਂ ਵਾਲਾ ਇਤਿਹਾਸ ਹੈ। ਹੁਣ ਜਿਹੜੀ ਪੀੜ੍ਹੀ ਬਦਲੀ ਹੋ ਰਹੀ ਹੈ, ਕੀ ਇਹਨੂੰ ਆਪਾਂ ਕਿਤੇ ਲਕੀਰ ਮਾਰ ਕੇ ਦੱਸਾਂਗੇ ਕਿ ਇਸ ਤੋਂ ਪਹਿਲਾਂ ਦਾ ਅਕਾਲੀ ਦਲ, ਇਸ ਤੋਂ ਬਾਅਦ ਦਾ ਅਕਾਲੀ ਦਲ? ਤੁਸੀਂ ਇਤਿਹਾਸਕਾਰ ਹੋ, ਇਹਦੇ ਬਾਰੇ ਮੈਂ ਚਾਹਾਂਗਾ ਤੁਸੀਂ ਟਿੱਪਣੀ ਕਰੋ। ਜਿਹੜਾ ਅਕਾਲੀ ਦਲ ਜਦੋਂ ਹੋਣ 'ਚ ਆਇਆ, ਉਸ ਵੇਲੇ ਕੋਈ ਡਿਵੀਡੈਂਡ ਨਹੀਂ ਸੀ ਮਿਲਣਾ ਜੀ। that was just to sacrifice for something which they were to achieve, for the betterment of the community, for the liberation of their ਗੁਰਦੁਆਰਾ। ਇਸ ਕਿਸਮ ਦੀ ਗੱਲ ਸੀ। ਲੇਕਿਨ ਹੁਣ ਜਿਹੜੀ ਸਿਚੁਏਸ਼ਨ ਆ, ਉਹ ਜੇ ਤੁਸੀਂ ਅਕਾਲੀ ਦਲ ਜੁਆਇਨ ਕਰਦੇ ਹੋ ਤਾਂ ਮੈਂ ਕੀ ਲੈਣਾ, ਮੇਰੇ ਟੱਬਰ ਨੇ ਕੀ ਲੈਣਾ ਜੀ। ਮੈਂ ਆਪਣੇ ਬੱਚਿਆਂ ਨੂੰ ਕਿੱਥੇ ਗਲਤ ਰਸਤੇ ਦੇ ਉੱਤੇ ਮਤਲਬ ਅਚੀਵ ਕਰਕੇ ਕੋਈ ਨਾ ਕੋਈ ਇਧਰੋਂ ਸੱਜੇ ਖੱਬੇ ਲੈ ਕੇ ਉਹਨਾਂ ਨੂੰ ਕੋਈ ਪੋਜੀਸ਼ਨ ਦੇਣੀ ਹੈ, ਜਾਂ ਕੋਈ ਪ੍ਰਾਪਰਟੀ ਖਰੀਦਣੀ ਹੈ, ਜਾਂ ਕੋਈ ਪਲਾਟ ਲੈਣਾ, ਜਾਂ ਕੋਈ ਰੂਟ ਪਰਮਿਟ ਲੈਣੇ ਆ, ਕੋਈ ਲਾਇਸੈਂਸ ਲੈਣੇ ਆ। ਹੁਣ ਸਾਰੀ ਜਿਹੜੀ ਪੋਲਿਟਿਕਸ ਆ ਇਸ ਗੱਲ ਦੇ ਆਲੇ ਦੁਆਲੇ ਘੁੰਮਦੀ ਹੈ ਜੀ। ਸਵਾਲ ਇਹ ਗੱਲ ਛੁਪੀ ਵੀ ਨਹੀਂ ਜੀ, ਇਟ ਇਜ਼ ਐਨ ਓਪਨ ਥਿੰਗ। ਔਰ ਜਦੋਂ ਵੋਟਾਂ ਵੀ ਮੰਗੀਆਂ ਜਾਂਦੀਆਂ, ਜਦੋਂ ਵੋਟਾਂ ਮੰਗਣ ਜਾਂਦੇ ਆ ਪਿੰਡਾਂ ਦੇ ਵਿੱਚ, ਉਹ ਕਹਿੰਦੇ ਆ ਵੀ ਤੇਰੇ ਮੁੰਡੇ ਨੂੰ ਮੈਂ ਪਟਵਾਰੀ ਕਰਾ ਦੂੰਗਾ, ਤੇਰੇ ਮੁੰਡੇ ਨੂੰ ਮੈਂ ਪੁਲਿਸ ਸਿਪਾਹੀ ਕਰਾ ਦੂੰਗਾ, ਤੇਰੇ ਮੁੰਡੇ ਨੂੰ ਜੇ ਵੱਡੇ ਕੋਈ ਜ਼ਿਆਦਾ ਇਨਫਲੂਐਂਸ ਵਾਲਾ ਆਦਮੀ ਆ ਉਹਨੂੰ ਕਹਿੰਦੇ ਤੇਰੇ ਮੁੰਡੇ ਨੂੰ ਨਾਇਬ ਤਹਿਸੀਲਦਾਰ ਕਰਾ ਦਾਂਗੇ, ਜਾਂ ਇੰਸਪੈਕਟਰ ਕਰਾ ਦਾਂਗੇ, ਫਲਾਣਾ ਕਰਾ ਦਾਂਗੇ, ਤਿਮਕਾ ਕਰਾ ਦਾਂਗੇ। ਦਿਸ ਇਜ਼ ਐਨ ਓਪਨ ਫ੍ਰੀ ਫॉर ਆਲ ਜੀ। ਪਰ ਜਿਹੜਾ ਸਵਾਲ ਇਹ ਹੈ, ਵਿਦਆਊਟ ਮਿਸਿੰਗ ਵਰਡਸ, ਜਦੋਂ ਆਪਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਹਾਂਜੀ, ਇਹਦੇ ਬੁਨਿਆਦੀ ਕਿਉਂ ਬਣਿਆ, ਕਿਹਨਾਂ ਕਾਰਨਾਂ ਬਣਿਆ, ਕਿਸ ਕਿਸਮ ਦੀ ਇਹਦੀ ਜਿਹੜੀ ਤਸੀਰ ਰਹੀ ਹੈ, ਕਿਸ ਕਿਸਮ ਦਾ ਇਹਦਾ ਖਾਸਾ ਰਿਹਾ, ਕੀ ਉਸ ਕਿਸਮ ਦੇ ਖਾਸੇ ਵਾਲੀ ਸਿਆਸਤ ਦੀ ਪੰਜਾਬ ਵਿੱਚ ਇਸ ਵੇਲੇ ਲੋੜ ਹੈ? ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਆ ਜੀ। ਦੇਖੋ, ਜਿਹੜਾ ਕੋਈ ਵੀ ਇੰਸਟੀਟਿਊਸ਼ਨ ਮਾੜਾ ਨਹੀਂ ਜੀ, ਇੰਸਟੀਟਿਊਸ਼ਨ ਨੂੰ ਚਲਾਉਣ ਵਾਲੇ ਬੰਦੇ ਚੰਗੇ ਆ ਮਾੜੇ ਹੋ ਸਕਦੇ ਆ ਜੀ। ਜੇ ਤਾਂ ਉਹ ਚਲਾਉਣ ਵਾਲੇ ਬੰਦੇ ਚੰਗੇ, ਇਮਾਨਦਾਰ ਆ, ਉੱਚੇ ਕਿਰਦਾਰ ਦੇ ਆ, ਤਾਂ ਉਹ ਇੰਸਟੀਟਿਊਸ਼ਨ ਪਾਇਦਾਰ ਆ। ਜੇ ਉਹ ਚਲਾਉਣ ਵਾਲੇ ਬੰਦੇ ਗੰਦੇ ਕਿਰਦਾਰ ਦੇ ਆ, ਕਰਪਟ ਆ, ਡਿਸਓਨੈਸਟ ਆ, ਤਾਂ ਉਹੀ ਇੰਸਟੀਟਿਊਸ਼ਨ ਮਾੜਾ ਹੋ ਜਾਂਦਾ। ਤਾਂ ਅੱਜ ਜਿਹੜਾ ਅਕਾਲੀ ਦਲ ਆ, ਉਸ ਨੂੰ ਜਿਹੜੇ ਚਲਾਉਣ ਵਾਲੇ ਆ, ਉਹਨਾਂ ਦਾ ਆਪਣਾ ਕੋਈ ਕਿਰਦਾਰ ਨਹੀਂ, ਉਹਨਾਂ ਦੀ ਆਪਣੀ ਕੋਈ ਇੰਟੈਗ੍ਰਿਟੀ ਨਹੀਂ, ਇਮਾਨਦਾਰੀ ਨਹੀਂ, ਔਰ ਉਹ ਦੇ ਆਰ ਨਾਟ ਆਨਸਰੇਬਲ ਟੂ ਦੀ ਪੀਪਲ। ਤਾਂ ਲੋਕ ਵੀ ਕਰਪਟ ਆ। ਲੋਕ ਕਹਿੰਦੇ ਆ ਵੀ ਸਾਡਾ ਆਹ ਕੰਮ ਕਰਾ ਦਿਓ ਜੀ, ਅਸੀਂ ਤੁਹਾਨੂੰ ਇੰਨੀਆਂ ਵੋਟਾਂ ਪਵਾ ਦਿੰਦੇ ਆ, ਅਸੀਂ ਇੰਨੇ ਟਰੱਕ ਲੈ ਕੇ ਆਵਾਂਗੇ, ਅਸੀਂ ਇੰਨੀਆਂ ਬੱਸਾਂ ਲੈ ਕੇ ਇੰਨੇ ਲੋਕਾਂ ਨੂੰ ਢੋਵਾਂਗੇ। ਤਾਂ ਹਰ ਜਿਹੜੀ ਕਰਪਸ਼ਨ ਆ ਉਹ ਪਰਕੂਲੇਟ ਕਰ ਗਈ ਹੈ ਟੂ ਦੀ ਲੋਐਸਟ ਲੈਵਲ, ਲੋਐਸਟ ਟੂ ਦੀ ਅਪੈਸਟ ਲੈਵਲ ਜੀ। ਸਤਿੰਦਰ ਬੈਂਸ ਜੀ, ਇੱਕ ਆਖਰੀ ਸਵਾਲ ਜਿਹੜਾ ਮੈਂ ਪੁੱਛਣਾ ਚਾਹੁੰਦਾ ਉਹ ਇਹ ਹੈ ਕਿ ਵੀ ਜਦੋਂ ਅਸੀਂ ਬਾਕੀ ਸੂਬਿਆਂ ਦੀ, ਖਾਸ ਤੌਰ ਦੇ ਉੱਤੇ ਜਦੋਂ ਹਰਿਆਣਾ ਦੀ, ਦੱਖਣ ਦੇ ਸੂਬਿਆਂ ਦੀ, ਮੱਧ ਪ੍ਰਦੇਸ਼ ਦੀ, ਰਾਜਸਥਾਨ ਦੀ ਅਸੀਂ ਗੱਲ ਕਰਦੇ ਹਾਂ, ਤੇ ਉਹਦੇ ਵਿੱਚ ਸਿਰਫ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨੇ ਉਹੀ ਇਕੱਲੀਆਂ ਸਟੇਕ ਹੋਲਡਰਸ ਨਹੀਂ ਹੈਗੀਆਂ।
ਉੱਥੇ ਬਹੁਤ ਸਾਰੇ ਸਮਾਜਿਕ ਜਿਹੜੇ ਕਾਰਕੁਨ ਨੇ ਉਹ ਸਰਗਰਮ ਨੇ, ਵੱਖਰੇ ਵੱਖਰੇ ਕਾਨੂੰਨ ਬਣਾਉਣ ਦੇ ਮਾਮਲੇ ਦੇ ਵਿੱਚ, ਵੱਖਰੀਆਂ ਵੱਖਰੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੇ ਮਾਮਲੇ ਦੇ ਵਿੱਚ, ਟਰਾਂਸਪੇਰੈਂਸੀ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਉਸ ਕਿਸਮ ਦਾ ਸਟੇਕ ਹੋਲਡਰ ਕੋਈ ਹੈ? ਦੇਖੋ ਪੰਜਾਬ ਦੇ ਵਿੱਚ ਨਹੀਂ ਕਿ ਲੀਡਰ ਨਹੀਂ ਹੈਗੇ ਆ, ਜੀ। ਸਟੇਕ ਹੋਲਡਰ ਦਾ ਹੁਣ ਜਿਵੇਂ ਮਨਪ੍ਰੀਤ ਸੀਗਾ, ਜੀ। ਤਾਂ ਆਪਾਂ ਕਹਿ ਸਕਦੇ ਚਲੋ ਉਹਨੇ ਨਹੀਂ, ਕੋਸ਼ਿਸ਼ ਉਹਦਾ ਪਾਰਟੀਆਂ ਪੋਲੀਟੀਕਲ ਮਤਲਬ ਪਾਰਟੀਆਂ ਤੋਂ ਬਾਹਰ ਦੀ ਮੈਂ ਗੱਲ ਕਰਦਾ ਕਿ ਸਮਾਜਿਕ ਕਾਰਕੁਨ ਦੇ ਤੌਰ ਦੇ ਉੱਤੇ ਨਹੀਂ, ਕਿਸਾਨ ਸਮਾਜਿਕ- ਯੂਨੀਅਨਾਂ ਨੇ, ਮਜ਼ਦੂਰ ਸਮਾਜਿਕ- ਯੂਨੀਅਨਾਂ ਨੇ, ਵਿਦਿਆਰਥੀ ਯੂਨੀਅਨਾਂ ਨੇ। ਦੇਖੋ ਸਾਰੀਆਂ ਮੈਂ ਤਾਂ ਉਹੀ ਦੱਸਾਂ ਜਿਹੜੀਆਂ ਜਿੰਨੀਆਂ ਵੀ ਤੁਹਾਡੀਆਂ ਹੋਰ ਜਥੇਬੰਦੀਆਂ ਸੀਗੀਆਂ ਜਿਨ੍ਹਾਂ ਤੋਂ ਸਾਨੂੰ ਆਸ ਕੀਤੀ ਜਾ ਸਕਦੀ ਸੀਗੀ ਵੀ ਉਹ ਇਹਨਾਂ ਤੇ ਕਿਸੇ ਨਾ ਕਿਸੇ ਕਿਸਮ ਦਾ ਕੁੰਡਾ ਲਾਉਣਗੇ। ਫੋਰ ਐਗਜ਼ਾਮਪਲ ਭਾਰਤੀ ਕਿਸਾਨ ਯੂਨੀਅਨ ਹੈ, ਮਤਲਬ ਇੱਕ ਐਗਜ਼ਾਮਪਲ ਦੇ ਤੌਰ ਤੇ ਹੋਰ ਵੀ ਬਹੁਤ ਸਾਰੀਆਂ ਹੈਗੀਆਂ। ਜੀ। ਹੁਣ ਭਾਰਤੀ ਕਿਸਾਨ ਯੂਨੀਅਨ ਜਿਹੜੀ ਕਿ ਸਰਕਾਰ ਦੇ ਕਰਪਟ ਰਜਾਇਮ ਦੇ ਖਿਲਾਫ ਲੜਦੀ ਰਹੀ ਹੈ, ਜੀ। ਹਮੇਸ਼ਾ ਹੀ ਮੋਰਚੇ ਲਾਉਂਦੀ ਰਹੀ ਹੈ, ਉਹ ਸਰਕਾਰ ਦਾ ਹਿੱਸਾ ਬਣ ਗਈ। ਜੀ। ਠੀਕ ਹੈ ਨਾ, ਚੇਅਰਮੈਨ ਮੰਡੀ ਬੋਰਡ ਦੇ BQ ਦਾ ਪ੍ਰਧਾਨ ਬਣ ਕੇ ਬਹਿ ਗਿਆ, ਵਾਈਸ ਚੇਅਰਮੈਨ ਤੋ ਵਾਈਸ ਚੇਅਰਮੈਨ ਆੜਤੀ ਯੂਨੀਅਨ ਦਾ ਬਣ ਗਿਆ। ਮਤਲਬ ਕਿ ਤੁਸੀਂ ਸਾਰਿਆਂ ਨੂੰ ਸ਼ਾਮਲ ਕਰ ਲਿਆ। ਸੋ ਇਸ ਕਰਕੇ ਜਿਹੜੇ ਤੁਸੀਂ ਯੂ ਕੈਂਟ ਹੋਪ ਫਰੋਮ ਐਨੀਬੋਡੀ ਕਿ ਇਹ ਜਿਹੜੀਆਂ ਜਥੇਬੰਦੀਆਂ ਹੈ ਇਹ ਤੁਹਾਨੂੰ ਕੋਈ ਜਸਟਿਸ ਦੇ ਪਾਉਣਗੀਆਂ ਜਾਂ ਤੁਹਾਡੇ ਵਾਸਤੇ ਲੜਨਗੀਆਂ। ਜੀ। ਤੋ ਪਰ ਇਹ ਭਾਰਤੀ ਕਿਸਾਨ ਯੂਨੀਅਨ ਦੀ ਇੱਕ ਫਾਂਟ ਹੈ, ਹੋਰ ਵੀ ਫਾਂਟਾਂ ਨਹੀਂ ਹੋਰ ਵੀ ਹੈਗੀਆਂ। ਲੱਗਦਾ ਕਿ ਮੈਂ ਉਹਦੀ ਜਿਹੜਾ ਜਿਹੜਾ ਜਿਹੜੀਆਂ ਜਿਹੜੀਆਂ ਉਹ ਵੀ ਹੈ ਉਹ ਅੱਛਾ ਕੰਮ ਕਰ ਰਹੀਆਂ। ਮੈਨੂੰ ਲੱਗਦਾ ਕਿ ਵੀ ਜਿਹੜੀਆਂ ਜਦੋਂ ਆਪਾਂ ਇਸ ਨਿਰਾਸ਼ਾ ਦੇ ਦੌਰ ਦੇ ਵਿੱਚ ਗੱਲ ਕਰਦੇ ਹਾਂ, ਜੋ ਕਿਤੇ ਨਾ ਕਿਤੇ ਖੂੰਜੇ 'ਚ ਪੰਜਾਬ 'ਚ ਕਿਤੇ ਨਾ ਕਿਤੇ ਤਹਿਸੀਲਾਂ ਦੇ ਵਿੱਚ, ਕਿਤੇ ਨਾ ਕਿਤੇ ਬਲਾਕਾਂ ਦੇ ਵਿੱਚ ਲੜਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਦੀ ਨਿਸ਼ਾਨਦੇਹੀ ਕਰਨ ਦਾ ਵੀ ਇੱਕ ਮੇਨ ਫੈਕਸ਼ਨ ਸੀਗਾ, ਮੈਂ ਉਹਦੀ ਗੱਲ ਕਰ ਰਿਹਾ। ਹੋਰ ਬਹੁਤ ਫੈਕਸ਼ਨ ਆ। ਹੁਣ ਉਹ ਨੈਚੁਰਲੀ ਜਦੋਂ ਜਿਹੜਾ ਬੰਦਾ ਆ ਕੇ ਸਰਕਾਰ 'ਚ ਰਲ ਗਿਆ ਉਹ ਹੌਲੀ ਹੌਲੀ ਖਤਮ ਹੋ ਜਾਏਗਾ ਸਿਸਟਮ ਦੇ ਵਿੱਚੋਂ। ਨਵੀਂ ਜਿਹੜੀ ਜਨਰੇਸ਼ਨ ਉੱਠੇਗੀ ਉਹ ਆਉਣਗੇ। ਸੋ ਇਸੇ ਤਰ੍ਹਾਂ ਜਿੱਦਾਂ ਸੜੀਆਂ ਤੁਹਾਡੀਆਂ ਹੋਰ ਟੀਚਰ ਐਸੋਸੀਏਸ਼ਨ ਹੈ, ਹੋਰ ਹੈ, ਉਹਨਾਂ ਦੇ ਵਿੱਚ ਵੀ ਜਿਹੜਾ ਆ ਉਹਨਾਂ ਨੂੰ ਸਰਕਾਰ ਨੇ ਇਸ ਤਰੀਕੇ ਨਾਲ ਮਤਲਬ ਕਰਪਟ ਕਰਤਾ ਆ। ਉਹਨਾਂ ਨੂੰ ਤਰੱਕੀ ਦੇ ਰਾਹ ਬੰਦ ਕਰਤੇ ਉਹਨਾਂ ਵਾਸਤੇ ਵੀ ਜੇ ਤੁਸੀਂ ਕੁਝ ਬਣਨਾ ਹੈ, ਅੱਗੇ ਜਾਣਾ ਹੈ, ਤਾਂ ਤੁਹਾਨੂੰ ਸਾਡੇ ਸਿਸਟਮ ਦੇ ਥਰੂ ਲੰਘਣਾ ਪਊਗਾ। ਜੇ ਤੁਸੀਂ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲੱਗਣਾ ਹੈ, ਠੀਕ ਹੈ ਨਾ, ਤੇ ਜੇ ਤੁਸੀਂ ਸਾਡੇ ਸਿਸਟਮ ਨਾਲ ਸੂਟ ਕਰਦੇ ਹੋ ਤਾਂ ਉਸ ਬਣੋਗੇ, ਤੁਸੀਂ ਇਮਾਨਦਾਰ ਹੋ। ਤੁਸੀਂ ਕਹੋ ਮੈਂ 20 ਸਾਲ ਪ੍ਰਿੰਸੀਪਲ ਰਿਹਾ, ਮੈਂ ਤਾਂ ਬੜੇ ਬੱਚੇ ਪੜ੍ਹਾਤੇ, ਡਾਕਟਰ ਬਣਾਤੇ, ਉਹ ਕੋਈ ਕੁਆਲੀਫਿਕੇਸ਼ਨ ਨਹੀਂ ਹੈ ਤੁਹਾਡੀ। ਤੁਹਾਡੀ ਕੁਆਲੀਫਿਕੇਸ਼ਨ ਹੈ ਤੁਸੀਂ ਪੋਲੀਟੀਕਲ ਕਲਾਸ ਦੇ ਨਾਲ ਆਇਡੈਂਟੀਫਾਈ ਕਰਦੇ ਹੋ ਆਪਣੇ ਆਪ ਨੂੰ, ਤਾਂ ਤੁਹਾਡੀ ਕੁਆਲੀਫਿਕੇਸ਼ਨ ਹੈ। ਮਤਲਬ ਇਸ ਵੇਲੇ ਇਹ ਕਿਹਾ ਜਾਵੇ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਪੰਜਾਬ ਦੇ ਖੈਰਖਾਂ ਸਮਝਦੇ ਨੇ, ਉਹਨਾਂ ਨੂੰ ਆਪਣੀ ਯੋਗਤਾ ਵੱਖਰੀ ਰੱਖਣੀ ਚਾਹੀਦੀ ਹੈ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਹਾਂ, ਸਾਡਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ। ਖੈਰ, ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਬਹੁਤ ਲੰਬੀ ਬਹਿਸ ਹੈ ਜਿਹੜੀ ਇੱਕ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਪੂਰੀ ਨਹੀਂ ਹੋ ਸਕਦੀ। ਇਸ ਮਾਮਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਹੀਰਾ ਸਿੰਘ ਗਾਬੜੀਆ ਦੇ ਮਾਮਲੇ ਵਿੱਚ ਅਗਲੀ ਕਾਰਵਾਈ ਤਕਨੀਕੀ ਪੱਖੋਂ ਵਿਜੀਲੈਂਸ ਬਿਊਰੋ ਦੇ ਹੱਥ ਹੈ। ਇਸ ਵਿੱਚ ਸਰਕਾਰ ਅਤੇ ਸਿਆਸੀ ਦਖਲਅੰਦਾਜ਼ੀ ਹੋਣ ਦਾ ਅੰਦਾਜ਼ਾ ਕਿਥਾਵੇਂ ਤਾਂ ਨਹੀਂ ਜਾਪਦਾ। ਜੇ ਕਾਰਵਾਈ ਅੱਗੇ ਤੁਰਦੀ ਹੈ ਤਾਂ ਮਾਮਲਾ ਅਦਾਲਤ ਵਿੱਚ ਜਾਏਗਾ। ਅਦਾਲਤ ਦਾ ਫੈਸਲਾ ਜੋ ਵੀ ਹੋਵੇ, ਪਰ ਇਹ ਤੈਅ ਹੈ ਕਿ ਸਿਆਸਤਦਾਨਾਂ ਦੀ ਭਰੋਸੇਯੋਗਤਾ ਨੂੰ ਖੋਰਾ ਲਗਾਤਾਰ ਲੱਗ ਰਿਹਾ ਹੈ। ਉਂਝ ਭਰੋਸੇਯੋਗਤਾ ਨੂੰ ਲੱਗੇ ਖੋਰੇ ਦੀ ਚਿੰਤਾ ਮੌਜੂਦਾ ਸਿਆਸਤਦਾਨ ਨਹੀਂ ਕਰਦੇ। ਇਹ ਪ੍ਰਬੰਧਕੀ ਹੁਨਰ ਦਾ ਦੌਰ ਹੈ। ਸਿਆਸੀ ਮੈਨੇਜਮੈਂਟ, ਚੋਣ ਮੈਨੇਜਮੈਂਟ ਤੇ ਹੋਰ ਕਈ ਤਰ੍ਹਾਂ ਦੀ ਮੈਨੇਜਮੈਂਟ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।